ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਮਨ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਮਨ ਦਾ ਕੀ ਸੰਕਲਪ ਹੈ, ਔਰ ਇਹ ਵਿਸ਼ਾ ਬਹੁਤ ਮਹੱਤਵਪੂਰਨ ਹੈ, ਬੜਾ ਫਿਲੋਸਫੀਕਲ ਹੈ, ਬੜਾ ਸਮਝਣ ਵਾਲਾ ਹੈ। ਕਿਉਂਕਿ ਇੱਕ ਗੱਲ ਬੜੀ ਚੰਗੀ ਤਰ੍ਹਾਂ ਅਸੀਂ ਸਮਝ ਲਈਏ ਕਿ ਇੱਕ ਬੜੀ ਇੰਗਲਿਸ਼ ਦੀ ਬੜੀ ਕਹਾਵਤ ਹੈ ਕਿ we human have learned to control the world outside us, ਕਿ ਅਸੀਂ ਆਪਣਾ ਬਾਹਰਲਾ ਜਿਹੜਾ ਸੰਸਾਰ ਹੈ ਉਸ ਨੂੰ ਤਾਂ ਅਸੀਂ ਕੰਟਰੋਲ ਕਰ ਰਹੇ ਹਾਂ, but had very little control over the world inside us। ਪਰ ਜਿਹੜਾ ਸੰਸਾਰ ਸਾਡੇ ਅੰਦਰ ਹੈ, ਆਪਣੇ ਅੰਤःਕਰਨ ਹੈ, ਅਸੀਂ ਉਸ ਤੇ ਕੋਈ ਕੰਟਰੋਲ ਨਹੀਂ ਕਰ ਪਾ ਰਹੇ। ਇਹ ਇੱਕ ਐਸੀ ਸਮੱਸਿਆ ਹੈ, ਔਰ ਮੇਰਾ ਮੰਨਣਾ ਹੈ ਕਿ ਸ਼ਾਇਦ ਬੰਦੇ ਨੂੰ ਧਰਮ ਦੀ ਜ਼ਰੂਰਤ ਵੀ ਇਸ ਲਈ ਪਈ ਕਿਉਂਕਿ ਜਿਤਨੀਆਂ ਵੀ ਸਮੱਸਿਆਵਾਂ ਸਾਡੇ ਸਾਹਮਣੇ ਅਸੀਂ ਅੱਜ ਦੇਖ ਰਹੇ ਹਾਂ, ਕਿੱਥੇ ਨਾ ਕਿੱਥੇ ਉਹ ਮਨ ਦੀ ਗੱਲ ਹੈ ਕਿ ਮਨ ਨੂੰ ਅਸੀਂ ਡਿਸਪਲਿਨ ਨਹੀਂ ਕਰ ਪਾ ਰਹੇ। ਦਰਅਸਲ ਮਨੁੱਖ ਪੈਦਾ ਹੁੰਦੇ ਹੀ ਇੰਦਰੀਆਂ ਨਾਲ ਪੈਦਾ ਹੁੰਦਾ ਹੈ, ਔਰ ਇਹਨਾਂ ਤੋਂ ਇਲਾਵਾ ਮਨ, ਮਤ, ਬੁੱਧੀ ਅਤੇ ਸੁਰਤ ਵੀ ਨਾਲ ਲਿਆਉਂਦਾ ਹੈ। ਅਸਲ ਵਿੱਚ ਪਰਮਾਤਮਾ ਨੇ ਮਨ ਬਣਾਇਆ ਹੀ ਇੰਦਰੀਆਂ ਨੂੰ ਕਾਬੂ ਕਰਨ ਲਈ ਸੀ, ਡਿਸਪਲਿਨ ਕਰਨ ਲਈ ਸੀ, ਤੇ ਨਾਲ ਹੀ ਸ਼ਬਦ ਦੀ, ਨਾਮ ਦੀ ਤਾਕਤ ਅੰਦਰ ਦੇ ਰੱਖ ਦਿੱਤੀ, ਅੰਤःਕਰਨ ਵਿੱਚ ਰੱਖ ਦਿੱਤੀ ਕਿ ਇਸ ਸ਼ਬਦ, ਇਸ ਨਾਮ ਨਾਲ ਮਨ ਦਾ ਜਿਹੜਾ ਹੈ ਉਹਨੂੰ ਡਿਸਪਲਿਨ ਕੀਤਾ ਜਾ ਸਕਦਾ ਹੈ। ਔਰ ਪੂਰੀ ਲਿਵਿੰਗ ਬੀਇੰਗ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ, ਇਨਕਲੂਡਿੰਗ ਮਨੁੱਖ, ਉਹਨਾਂ 'ਚ ਮਨ ਕੇਵਲ ਤੇ ਕੇਵਲ ਮਨੁੱਖ ਵਿੱਚ ਹੈ। ਸੁਰਤ, ਮਤ, ਇਹ ਸਭ ਜਾਨਵਰਾਂ ਵਿੱਚ ਵੀ ਹੈ, ਲੇਕਿਨ ਮਨ ਜਿਹੜਾ ਹੈ ਇਹ ਕੇਵਲ ਮਨੁੱਖ ਵਿੱਚ ਹੈ। ਇਸੇ ਲਈ ਜੀਵਾਂ ਵਿੱਚ ਮਨ ਹੈ, ਇਸ ਲਈ ਹੀ ਮਨ ਤੋਂ ਮਨੁੱਖ ਸ਼ਬਦ ਪਿਆ। ਮਨ ਨੂੰ ਅੰਦਰਲੀ ਇੰਦਰੀ ਵੀ ਮੰਨਿਆ ਜਾਂਦਾ ਹੈ ਜਾਂ ਅੰਤःਕਰਨ ਕਿਹਾ ਜਾਂਦਾ ਹੈ, ਔਰ ਇੰਦਰੀਆਂ ਨਾਲ ਸੰਬੰਧਿਤ ਗਿਆਨ ਆਤਮਾ ਨੂੰ ਮਨ ਰਾਹੀਂ ਪਹੁੰਚਦਾ ਹੈ। ਆਤਮਾ ਨੂੰ ਜੋ ਵੀ ਸੁੱਖ ਦੁੱਖ ਹੁੰਦਾ ਹੈ ਉਹ ਸਾਰਾ ਦਾ ਸਾਰਾ ਮਨ ਰਾਹੀਂ ਪ੍ਰਾਪਤ ਹੁੰਦਾ ਹੈ। ਆਤਮਾ ਦਾ ਇੰਦਰੀਆਂ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ। ਤਾਂ ਮਨ ਸਰੀਰ ਦੇ ਸਹਾਰੇ ਇੰਦਰੀਆਂ ਰਾਹੀਂ ਗਿਆਨ ਪ੍ਰਾਪਤ ਕਰਕੇ ਆਤਮਾ ਕੋਲ ਪਹੁੰਚਾਉਂਦਾ ਹੈ। ਭਾਵ ਜਿਸ ਇੰਦਰੀ ਨਾਲ ਮਨ ਦਾ ਸੰਬੰਧ ਨਹੀਂ ਹੁੰਦਾ ਉਹਦਾ ਗਿਆਨ ਇੰਦਰੀਆਂ ਤੱਕ, ਆਤਮਾ ਤੱਕ ਨਹੀਂ ਪਹੁੰਚਦਾ। ਕਿਉਂਕਿ ਜੇ ਮਨ ਕਿਤੇ ਹੋਰ ਹੋਵੇ, ਅੱਖਾਂ ਵੇਖਦੇ ਹੋਏ ਵੀ ਨਹੀਂ ਵੇਖ ਸਕਦੀਆਂ, ਕੰਨ ਸੁਣਦੇ ਹੋਏ ਵੀ ਨਹੀਂ ਸੁਣਦੇ। ਆਮ ਤੌਰ ਤੇ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਅਨੁਭਵ ਰੋਜ਼ ਸਮਝਦੇ ਤੇ ਵੇਖਦੇ ਹਾਂ। ਇਹ ਮਨੁੱਖ ਦਾ ਮਨ ਹੀ ਹੈ ਜੋ 24 ਘੰਟੇ ਉਸ ਨੂੰ ਚਲਾਉਂਦਾ ਹੈ। ਦੇਖੋ, ਸਮਾਂ ਜਿਹੜਾ ਹੈ ਇਹ ਮਨ ਦਾ ਹੀ ਵਿਸਥਾਰ ਹੈ। ਮਨ ਦੇ ਪਾਰ ਕੋਈ ਸਮਾਂ ਨਹੀਂ ਹੋ ਸਕਦਾ। ਬਿਮਾਰੀ ਜਾਂ ਦੁੱਖ ਸਮੇਂ 10 ਮਿੰਟ ਵੀ ਘੰਟਿਆਂ ਦੇ ਬਰਾਬਰ ਲੱਗਦੇ ਨੇ, ਔਰ ਖੁਸ਼ੀ ਤੇ ਸੁੱਖ ਦੇ ਸਮੇਂ ਘੰਟੇ ਵੀ ਕੁਝ ਮਿੰਟਾਂ ਦੇ ਬਰਾਬਰ ਲੱਗਦੇ ਨੇ। ਇਸ ਤਰ੍ਹਾਂ ਜਿਹੜਾ ਮਨ ਹਮੇਸ਼ਾ ਫਿਊਚਰ ਦੇ ਮਹਿਲ ਬਣਾਉਂਦਾ, ਫਿਊਚਰ ਦੇ ਸੁਪਨੇ ਲੈਂਦਾ, ਜਾਂ ਪਾਸ ਨੂੰ ਯਾਦ ਕਰਕੇ ਮਨ ਜਿਹੜਾ ਹੈ ਉਹ ਇੱਧਰ ਉੱਧਰ ਭਟਕਦਾ ਹੈ। ਲੇਕਿਨ ਮਨ ਜਿਹੜਾ ਪ੍ਰੈਜ਼ੈਂਟ ਹੈ, ਜਿਹੜਾ ਵਰਤਮਾਨ ਹੈ, ਜੋ ਜ਼ਿੰਦਗੀ 'ਚ ਅਸੀਂ ਹੁਣ ਅੱਜ ਚੱਲ ਰਿਹਾ ਹੈ, ਜਿਹਨੂੰ ਪ੍ਰੈਜ਼ੈਂਟ ਕਹਿੰਦੇ ਨੇ, ਉਸ ਵਿੱਚ ਇਕੱਲਾ ਰਹਿਣਾ ਪੈਂਦਾ ਮਨ ਨੂੰ। ਕਿਉਂਕਿ ਪਾਸਟ ਜਾਂ ਫਿਊਚਰ 'ਚ ਹਮੇਸ਼ਾ ਅਸੀਂ ਸੋਚਦੇ ਹਾਂ, ਅੱਜ ਨਹੀਂ ਸੋਚਦੇ, ਅੱਜ ਦੇ ਬਾਰੇ ਨਹੀਂ ਸੋਚਦੇ, ਅਤੇ ਇਕੱਲਿਆਂ ਰਹਿਣਾ ਮਨ ਦਾ ਸੁਭਾਅ ਹੀ ਨਹੀਂ ਹੈ। ਇਹ ਮਨੁਆ ਖਿਨ ਨ ਟਕੇ ਬਹੁ ਰੰਗੀ, ਕਿਆ ਖੂਬਸੂਰਤ ਬਾਣੀ ਦਾ ਫਰਮਾਨ ਹੈ ਕਿ ਇਹ ਮਨੁਆ ਖਿਨ ਨ ਟਕੇ ਬਹੁ ਰੰਗੀ, ਦੇ ਦਿਸ ਚੱਲ ਜਾ ਸਾਡੇ। ਤਾਂ ਮਨੁੱਖੀ ਮਨ ਦੀਆਂ ਉਚਾਈਆਂ ਦੀ ਨਾ ਕੋਈ ਲਿਮਿਟ ਹੈ, ਨਾ ਕੋਈ ਗਿਰਾਵਟ ਦੀ ਕੋਈ ਲਿਮਿਟ ਹੈ। ਉੱਚਾ ਵੀ ਬਹੁਤ ਜਾ ਸਕਦਾ ਹੈ ਤੇ ਨੀਵੇਂ ਤੋਂ ਨੀਵਾਂ ਵੀ ਗਿਰ ਸਕਦਾ ਹੈ ਬੰਦਾ, ਸਿਰਫ ਤੇ ਸਿਰਫ ਮਨ ਕਾਰਨ। ਜੇ ਮਨੁੱਖ ਦੇ ਵਿੱਚ ਉਚਾਈਆਂ ਤੇ ਪਹੁੰਚਣ ਦੀ ਅਪਾਰ ਸ਼ਕਤੀ ਹੈ ਤਾਂ ਨੀਵਾਂ ਡਿੱਗਣ ਦੀ ਵੀ ਮੈਂਟੈਲਿਟੀ ਜਿਹੜੀ ਹੈ ਉਸ ਤੋਂ ਵੀ ਕਿਤੇ ਵੱਧ ਹੈ। ਤਾਂ ਧਰਮ ਜਿਹੜਾ ਹੈ, ਇਸੇ ਲਈ ਧਰਮ ਦੀ ਇਸ ਮਨ ਦੀ ਗਿਰਾਵਟ ਲਈ ਇੱਕ ਆਦਰਸ਼ ਰਾਹ ਹੈ। ਧਰਮ ਹਰ ਮਨੁੱਖ ਦੇ ਜੀਵ ਨੂੰ ਪ੍ਰਭਾਵਿਤ ਕਰਦਾ ਹੈ। ਔਰ ਮੈਂ ਅਗਰ ਦੱਸਾਂ ਤੇ ਮਹਾਤਮਾ ਬੁੱਧ ਨੇ ਆਪਣਾ ਜਿਹੜਾ ਧਰਮ ਗ੍ਰੰਥ, ਉਹਨਾਂ ਦਾ ਜਿਹੜਾ ਸਕ੍ਰਿਪਚਰ ਹੈ ਧੰਮਪਦ, ਉਹਦੇ ਵਿੱਚ ਲਿਖਤਾ ਕਿ ਸਾਰੀ ਦੁਨੀਆ ਨੂੰ ਜਿੱਤਣ ਨਾਲੋਂ ਮਨ ਦਾ ਜਿੱਤਣਾ ਚੰਗਾ ਹੈ। ਇਸੇ ਤਰ੍ਹਾਂ ਓਸ਼ੋ ਨੇ ਕਿਹਾ, ਆਚਾਰਿਆ ਰਜਨੀਸ਼ ਨੇ,
कि उन्होंने किताब कस्तूरी कुंडल बसे, वो कहते जे मनुख मन की चाल नूं समझ लिया तो सब कुछ समझ गया, मन नूं पछाण लिया तो होर पछाणन नूं कुछ है ही नहीं। इस तरह एक अंग्रेजी का बहुत बड़ा राइटर है जोहन मिल्टन, वो कहता है मन का अपना एक स्थान है, नरक नूं स्वर्ग ते स्वर्ग नूं नरक बना सकता है। बाणी दे विच मन दो तरीके का दिखिया है, एक इन मन एक उन मन। इन मन जिहड़ा है सिर्फ मन शरीर नाल जोड़दा है, उन मन जिहड़ा है आत्मा नाल जोड़दा है, रूहानियत नाल जोड़दा है। एक बड़े बड़े विद्वान ने एक गल कही है, फिलोसफर डिस्कार्ट्स ने, कि आई थिंक देयरफॉर आई एम। हुण इहनूं समझिए, क्योंकि मैं सोच सकदा, मेरे अंदर मन है, इसलिए मेरी होंद है। योर माइंड इज अ सुपरब इंस्ट्रूमेंट इफ इट यूज्ड वाइजली। अगर इनू बड़े ही सियाणप नाल मन नूं डिसिप्लिन किया जाए तो एक बहुत बड़ा औजार है तुहाडी तरक्की लई, तुहाडे विजन। एंड इट बिकम्स वेरी डिस्ट्रक्टिव, फिर ये बड़ा खतरनाक बन जाता है जिहड़ा अगर तुसीं इसनूं यूज नहीं करते। तो इसलिए अज दा जिहड़ा ये विषय है कि मन तू जोत स्वरूप है, अपना मूल पछाण, ये भी बाणी सानू कह रही है। तो एक बहुत ही महत्वपूर्ण अज का सबजैक्ट है, और ये विषय साडे नाल डॉक्टर सवराज सिंह जी ने, मैं पहले भी एक विषय कर चुके ने डॉक्टर साहब, मैं उन्होंने बेनती करांगा कि अज का जिहड़ा ये विषय है कि गुरबाणी विच, गुरु ग्रंथ साहब दे विच, गुरमत विच मन दे संकल्प नूं किस तरह असी समझना है और किस तरह मन नूं डिसिप्लिन असी कर सकते हैं, ये गुरु ग्रंथ साहब विच भी वार-वार समझाया गया। पर साडा अज का विषय यह है, मैं डॉक्टर सवराज सिंह जी नूं बेनती करांगा कि डॉक्टर साहब अज दे इस विषय ते तुसी अपना जो है जिहड़ा विचार है वो दिओ जी। वाहिगुरू जी का खालसा, वाहिगुरू जी की फतेह। अज का जो विषय है श्री गुरु ग्रंथ साहब विच मन का संकल्प, कॉन्सेप्ट ऑफ माइंड इन श्री गुरु ग्रंथ साहब जी। तो श्री गुरु ग्रंथ साहब दे विच जो मन का संकल्प है बहुत ही विशाल, बहुत पसारी और बहुत पक्षी है कि आप अंग्रेजी च कह दिए कि वेरी ब्रॉड, मल्टी डायमेंशनल एंड मल्टीलैटरल। तो मन जो है, मन शक्ति है, मन चेतना है, मन फुरने हैं, मन खाशा हैं। एक चीज जी ये भी स्पष्ट करने की लोड़ है कि मन कोई जिस्म का अंग नहीं है, इट्स नॉट एन ऑर्गन ऑफ ये। इस करके इनू आप किसी जिस तरह बाकी बॉडी के वख-वख ऑर्गन ने या अंग ने, इस तरह मन कोई बॉडी दे विच कोई एक अंग या ऑर्गन नहीं है। ये आ जिहड़ियां चीज़ां पहलां दसियां, शक्ति, चेतना, फुरने, कई इहदे जिहड़े पसार ने, लेकिन एक ऑर्गन नहीं है। तो ए मन शक्ति, ए मन सीओ, ए मन पंच तत्व का जियो। ए मन जिहड़ा है शिव भी यही है, शक्ति भी यही है, और जो पंच तत्वां दा जिहड़ी तत्सार है, इस एसेंस ऑफ 5 एलिमेंट्स। इस मन को कोई खोजो पाई, मन खोजत नौ नित पाई। तो असल दे विच जिहड़ा मन है, इस नूं खोजण दे नाल ही जी 9 नित 9 ट्रायर्स जां जिहड़ियां 9 बहुत साडे कोल जिहड़ियां कीमती चीज़ां ने, जे असीं वो हासिल करनियां ने तो वो मन नूं खोजण दे द्वारा ही सानूं उन्हां दी प्राप्ति हो सकदी है। एक चीज़ जिहड़ी ये भी है कि जिथे जाके जो मॉडर्न साइकोलॉजी और गुरु ग्रंथ साहब दे जिहड़े दोनों दा कॉन्सैप्ट जिहड़ा वो मिल जाता हैगा, वो ये हैगा कि वी आर वट एवर द स्टेट ऑफ आवर माइंड इज, असी वो ही हाँ जो साडे मन की अवस्था है। मन जोगी मन भोगिया, मन मूर्ख गवार, मन दाता मन मंगता, मन सिर गुर करता। तो असल दे विच जे असीं अपने आप दा जोगी समझते जोगी हाँ, जे भोगी समझते तो भोगी हाँ, जे मूर्ख ते गवार समझते हैं तो फिर मूर्ख ते गवार है। ते
ਜਿਹੜਾ ਜੇ ਸਾਨੂੰ ਚੇਤਨਾ ਜਿਹੜਾ ਆ ਗਈ ਕਿ ਮਨ ਤੇ ਫਿਰ ਅਸੀਂ ਪਰਮਾਤਮਾ ਦਾ ਰੂਪ ਹਾਂ। ਤੋ ਇਸ ਤਰ੍ਹਾਂ ਹੀ ਜਿਹੜਾ ਕਿ ਮਨ ਦਾਤਾ ਵੀ ਹੈ ਤੇ ਹੋ ਸਕਦਾ ਤੇ ਮਨ ਮੰਗਤਾ ਵੀ ਹੋ ਸਕਦਾ ਹੈ। ਜਿਹੜਾ ਬੰਦਾ ਜਿਹਦਾ ਲੋਭ ਔਰ ਸਵਾਰਥ ਦੇ ਵਿੱਚ ਹੈ, ਉਹ ਕਹਿੰਦਾ ਮੈਨੂੰ ਹੋਰ ਮਿਲ ਜਾਏ, ਹੋਰ ਮਿਲ ਜਾਏ। ਤੋ ਉਹਦਾ ਸਭ ਕੁਝ ਹੁੰਦੇ ਵੀ ਉਹ ਹਾਲੇ ਵੀ ਮੰਗਣ ਦੀ ਸਟੇਟ 'ਚ ਹੈ, ਮੰਗ ਰਿਹਾ, ਮੰਗਤਾ ਹੈਗਾ। ਤੋ ਜਿਹੜਾ ਮਨੁੱਖ ਚੇਤਨ ਹੋ ਜਾਂਦਾ ਹੈਗਾ, ਉਹ ਜਿਹੜਾ ਵੰਡ ਕੇ ਛਕਣ ਦੀ ਜੇ ਪ੍ਰਵਿਰਤੀ ਹੈ ਤੇ ਉਹਦੇ ਕੋਲ ਥੋੜਾ ਵੀ ਹੈ ਤਾਂ ਉਹ ਦਾਤਾ ਬਣ ਸਕਦਾ ਹੈ। ਤੋ ਇਸ ਕਰਕੇ ਜਿਹੜਾ ਦਾਤਾ ਜਾਂ ਮੰਗਤਾ ਹੋਣਾ ਵੀ ਜਿਹੜਾ ਹੈਗਾ, ਉਹ ਵੀ ਮਨ ਦੀ ਸਥਿਤੀ ਤੇ ਹੈ। ਇਹ ਨਹੀਂ ਕਿ ਤੁਹਾਡੇ ਕੋਲ ਕਿੰਨਾ ਹੈਗਾ, ਇਹ ਹੈ ਕਿ ਤੁਹਾਡੇ ਮਨ ਦੀ ਅਵਸਥਾ ਕੀ ਹੈ। ਤੋ ਇੱਕ ਜਿਹੜਾ ਹੈ ਕਿ ਮਨ ਦੀ ਜੋ ਸਮਰੱਥਾ ਹੈ ਉਹ ਅਸੀਮ ਹੈ, ਅਨਲਿਮਿਟਿਡ ਹੈ। ਜਿਹੜਾ ਮਾਈਂਡ ਦਾ ਜਿਹੜਾ ਪੋਟੈਂਸ਼ੀਅਲ ਹੈ, ਤੁਹਾਡੀ ਇਹਦੀ ਸਮਰੱਥਾ ਜਿਹੜੀ ਹੈ ਉਹ ਲਿਮਿਟਲੈਸ ਹੈ, ਅਨਲਿਮਿਟਿਡ ਹੈ ਜਾਂ ਇਨਫਿਨਿਟ ਹੈਗੀ। ਤੋ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ। ਜੋਤ ਸਰੂਪ ਤੋਂ ਭਾਵ ਕਿ ਪਰਮਾਤਮਾ ਦਾ ਹੀ ਰੂਪ ਹੈ ਮਨ ਜਿਹੜਾ ਹੈ। ਤੋ ਇੰਨਾ ਜ਼ਾਹਰ ਹੈ ਕਿ ਪਰਮਾਤਮਾ ਲਿਮਿਟਲੈਸ, ਅਨਲਿਮਿਟਿਡ ਹੈ, ਇਨਫਿਨਿਟ ਹੈ। ਤੋ ਮਨ ਵੀ ਜਿਹੜਾ ਉਹੀ, ਉਹਨੂੰ ਵੀ ਅਸੀਂ ਉਹਦੀ ਜਿਹੜਾ ਪੋਟੈਂਸ਼ੀਅਲ ਹੈ, ਉਹਦੀ ਸਮਰੱਥਾ ਵੀ ਅਨਲਿਮਿਟਿਡ ਔਰ ਇਨਫਿਨਿਟ ਹੈ। ਲੇਕਿਨ ਇਹ ਸਾਨੂੰ ਕਿਹੜਾ ਮਨ ਹੈ ਜਿਹੜਾ ਉਹ ਜਿਹਦੀ ਇਹ ਸਮਰੱਥਾ ਬਣਦੀ ਹੈ। ਤੋ ਇਹ ਮਨ ले जो उन्मन रहे तो तीन लोग की बातें कहे। ये मन ते उन्मन मतलब ये इनमन ते उन्मन भी किया गया है। इनमन जिहड़ा हैगा वो साडा जिहड़ा वर्ल्डली माइंड है ਜਾਂ ਜਿਹੜਾ ਸੰਸਾਰਿਕ ਝਮੇਲਿਆਂ ਦੇ ਵਿੱਚ ਉਲਝਿਆ ਹੋਇਆ ਮਨ ਹੈ, ਉਸ ਦੀ ਇਹ ਅਵਸਥਾ ਨਹੀਂ ਹੈ, ਉਸ ਦੇ ਵਿੱਚ ਇਹ ਸਮਰੱਥਾ ਨਹੀਂ ਹੈ ਕਿ ਉਹ ਸਾਰੀ ਜਿਹੜੀ ਗੱਲ ਸਮਝ ਸਕੇ। ਲੇਕਿਨ ਜਦੋਂ ਜਿਹੜਾ ਮਨ ਜਿਹੜਾ ਹੈ ਉਹ ਜਾਗਰਤ ਹੋ ਜਾਂਦਾ ਹੈ, ਅਵੇਕਨ, ਫੁੱਲੀ ਅਵੇਕਨਡ ਮਾਈਂਡ ਹੈ, ਤਾਂ ਉਹ ਉਨਮਨ ਹੈ। ਤਾਂ ਉਹਦੇ ਵਿੱਚ ਕਿ तीन लोक की बातें कहें, ਉਹਦੀ ਫਿਰ ਸਮਰੱਥਾ ਇੰਨੀ ਹੈ। तीन लोक ਦਾ ਮਤਲਬ ਟੋਟਲ ਰਿਐਲਿਟੀ। ਤਾਂ ਉਹ ਮਨ ਜਿਹੜਾ ਹੈਗਾ ਟੋਟਲ ਰਿਐਲਿਟੀ ਨੂੰ ਸਮਝ ਸਕਦਾ ਹੈਗਾ ਉਹ ਮਨ। ਤਾਂ ਇਹ ਇਨ ਮਨ ਤੇ ਉਨਮਨ ਦੇ ਵਿੱਚ ਜਿਹੜਾ ਹੈ ਵਰਲਡਲੀ ਮਾਈਂਡ ਔਰ ਜਿਹੜਾ ਹੈਗਾ ਅਵੇਕਨਡ ਮਾਈਂਡ ਦੇ ਵਿੱਚ ਇਹ ਜਿਹੜਾ ਫਰਕ ਹੈ। ਹੁਣ ਜਿਹੜੀ ਹੈ ਕਿ ਮਨ ਦੀ ਜਿਹੜੀ ਇਹ ਆਪਾਂ ਦੇਖ ਲਿਆ ਕਿ ਸਮਰੱਥਾ ਕਿੰਨੀ ਕੁ ਹੈ, ਅਨਲਿਮਿਟਿਡ ਹੈ, ਇਨਫਿਨਿਟ ਹੈਗੀ। ਲੇਕਿਨ ਮਨ ਦੀ ਨੇਚਰ ਕੀ ਹੈ, ਫਿਤਰਤ ਜਿਹੜੀ ਕਿ ਮਨ ਦੀ ਫਿਤਰਤ ਕੀ ਹੈ। ਤੋ ਮਨ ਦੀ ਜਿਹੜੀ ਫਿਤਰਤ ਜਾਂ ਮਨ ਦੀ ਨੇਚਰ ਹੈ ਹੀ ਭਟਕਣ ਵਾਲੀ ਹੈ। ਤੇ ਅਰਥਾਤ ਜਦੋਂ ਮਨ ਜਿਹੜਾ ਹੈਗਾ ਇਨ ਮਨ ਅਵਸਥਾ ਚ ਹੈਗਾ, ਅਸੀਂ ਉਹ ਜਦੋਂ ਇਹ ਗੱਲਾਂ ਕਰ ਰਹੇ ਹਾਂ ਤਾਂ ਉਸ ਜਿਹੜਾ ਵਰਲਡਲੀ ਮਾਈਂਡ ਦੀਆਂ ਗੱਲਾਂ ਕਰ ਰਹੇ ਹਾਂ, ਜਿਹੜਾ ਮਨ ਹਾਲੇ ਪੂਰੀ ਤਰ੍ਹਾਂ ਜਾਗਰਤ ਜਾਂ ਉਨਮਨ ਅਵਸਥਾ ਚ ਨਹੀਂ ਹੈ। ਤੇ ਉਹ ਮਨ ਜਿਹੜਾ ਹੈ ਉਹ ਭਟਕਣ ਦੀ ਅਵਸਥਾ ਚ ਹੀ ਰਹਿੰਦਾ ਹੈ। ਉਹਦੀ ਜਿਹੜੀ ਨੇਚਰ ਹੈ, ਉਹਦੀ ਫਿਤਰਤ ਹੈ, ਭਟਕਣ ਵਾਲੀ ਹੈ। ਤੋ ਕਬੀਰ ਜੀ ਨੇ ਕਿਹਾ ਕਿ ਕਬੀਰ ਮਨ ਪੰਖੀ ਪਇਓ उड उड दह दिस जाए, जो जैसी संगत मिले सो तैसो फल खाए। कि मन जिहड़ा इन्नी भटकण दी अवस्था च है कि इक्को समय 10 दिशावां च उड़ना चाहता है। तो इस तरह जिहड़ा चाइनीज जिहड़े ने वो कहंदे कि उन्होंने जिहड़ी मन दी जिहड़ी तुलना हैगी वो बांदर नाल कीती है। मंकी जिहड़ा हैगा, हुण बांदर की है कि बांदर कभी टिकदा नहीं हैगा, वो हर वक्त जरा टपूसियां मारी जाता है। तो हुण शास्त्रां जिहड़ा मन दी जिहड़ी तुलना हैगी वो एक बेलगाम और बिना काठी तो घोड़े नाल कीती गई है। तो जाहिर है कि जिहड़ा अनकंट्रोल्ड माइंड है वो ओदी गल हो रही है कि वो बांदर है, वो मतलब घोड़ा है जिहदे ते काठी नहीं है, जिहदे ते लगाम नहीं है। तो हुण ਇਹ ਜਿਹੜੀ ਭਟਕਣ ਕਿਸ ਤਰ੍ਹਾਂ ਹੁੰਦੀ ਹੈ ਕਿ ਮਨ ਜਿਹੜਾ ਹੈਗਾ ਉਹ ਹਮੇਸ਼ਾ ਜਿਹੜਾ ਸੰਕਲਪ ਔਰ ਵਿਕਲਪ ਦੇ ਵਿੱਚ ਰਹਿੰਦਾ ਹੈ। ਸੰਕਲਪ ਕਿਸ ਤਰ੍ਹਾਂ ਕਿ ਆਪਾਂ ਇੱਕ ਬੈਠੇ ਹਾਂ ਇੱਕ ਜਗ੍ਹਾ ਤੇ ਤੋਂ ਸਾਡੇ ਸੰਕਲਪ ਆਉਂਦਾ ਹੈਗਾ ਕਿ ਦੇਖੋ ਮੈਂ ਸਭ ਕੁਝ ਬਹੁਤ ਕਾਮਯਾਬ ਰਿਹਾ, ਮੈਂ ਜ਼ਿੰਦਗੀ 'ਚ ਮੈਂ ਬੜਾ ਕੁਝ ਕੀਤਾ। ਕਿਉਂ ਮਨ ਜਿਹੜਾ ਹੈ ਤੁਹਾਨੂੰ ਮਤਲਬ ਇਹ ਉੱਤੇ ਅਸਮਾਨ ਤੇ ਵੀ ਪਹੁੰਚਾ ਦਿੰਦਾ ਹੈਗਾ। तो फिर लेकिन ਜਿਹੜਾ दूसरा ਜਿਹੜਾ ਉਹਦਾ ਵਿਕਲਪ ਆਉਂਦਾ ਹੈ, ਅਲਟਰਨੇਟ ਜਿਹੜਾ ਕਨਸੈਪਟ ਆਇਆ, ਉਹ ਆਏਗਾ ਕਿ ਉੱਥੇ ਹੀ ਬੈਠੇ ਹੋ ਤੁਸੀਂ,
कोई चीज नहीं बदली ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਦੇਖੋ ਕਿੰਨਾ ਕਾਮਯਾਬ ਮੈਂ ਜ਼ਿੰਦਗੀ ਚ ਇੰਨਾ ਕੁਝ ਹਾਸਲ ਕਰ ਲਿਆ, ਮੈਂ ਘਰ ਵੀ ਵਧੀਆ ਬਣਾ ਲਏ, ਵਧੀਆ ਮੇਰੇ ਕੋਲ ਕਾਰਾਂ ਹੈਗੀਆਂ, ਬੱਚੇ ਮੈਂ ਵੈਲ ਸੈਟਲਡ ਹੈ, ਸਭ ਕੁਝ ਠੀਕ ਹੈ, ਤਾਂ ਉਦੋਂ ਤੁਹਾਨੂੰ ਮਨ ਨੇ ਜਿਹੜਾ ਹੈਗਾ ਅਸਮਾਨ ਤੇ ਪਹੁੰਚਾ ਦਿੱਤਾ ਹੈ। ਲੇਕਿਨ ਅਗਲੇ ਹੀ ਪਲ ਜਿਹੜਾ ਹੈਗਾ ਉਹ ਮਨ ਤੁਹਾਨੂੰ ਪਤਾਲ ਚ ਸੁੱਟ ਦੇਗਾ ਕਿ ਬੰਦਾ ਕਹੇਗਾ ਦੇਖੋ ਹਾਂ ਸਭ ਕੁਝ, ਪਰ ਮੈਨੂੰ ਕੀ ਫਾਇਦਾ ਹੋਇਆ, ਨਾ ਤਾਂ ਮੇਰੇ ਬੱਚੇ ਮੇਰੀ ਗੱਲ ਮੰਨਦੇ ਆ, ਨਾ ਮੇਰੀ ਜਨਾਨੀ ਮੇਰੀ ਗੱਲ ਸੁਣਦੀ ਹੈ, ਤੇ ਮੈਂ ਇਹਨਾਂ ਲਈ ਸਾਰਾ ਜੀਵਨ ਲਾਤਾ ਤੇ ਮੈਨੂੰ ਵਿੱਚੋਂ ਕੀ ਮਿਲਿਆ। ਤਾਂ ਉਹੀ ਮਨ ਜਿਹੜਾ ਹੈ ਤੁਹਾਨੂੰ ਇੱਕ ਵੇਲੇ ਜਿਹੜਾ ਇੱਕ ਪਲ ਪਹਿਲਾਂ ਜਿਹੜਾ ਅਸਮਾਨ ਤੇ ਪਹੁੰਚਾ ਰਿਹਾ ਸੀਗਾ, ਤੇ ਉਸੇ ਮਨ ਨੇ ਹੁਣ ਤੁਹਾਨੂੰ ਚੱਕ ਕੇ ਪਤਾਲ ਚ ਸੁੱਟ ਦਿੱਤਾ। ਇਹ ਹੈ ਮਨ ਦਾ ਜਿਹੜਾ ਸੰਕਲਪ ਤੇ ਵਿਕਲਪ ਦੀ ਜਿਹੜੀ, ਇੱਕ ਤਾਂ ਇਹ ਮਨ ਜਿਹੜਾ ਹਮੇਸ਼ਾ ਤੁਹਾਨੂੰ ਸੰਕਲਪ ਵਿਕਲਪ ਦੇ ਵਿੱਚ ਉਲਝਾਈ ਰੱਖਦਾ। ਦੂਸਰਾ ਹੈ ਕਿ ਮਨ ਜਿਹੜਾ ਹੈਗਾ ਉਹ ਸਿਮਰਤੀ ਔਰ ਕਲਪਨਾ। ਸਿਮਰਤੀ ਦਾ ਮਤਲਬ ਹੈ ਪਾਸਟ ਔਰ ਕਲਪਨਾ ਦਾ ਮਤਲਬ ਫਿਊਚਰ ਹੈ। ਹੁਣ ਮਨ ਜਿਹੜਾ ਹੈਗਾ ਤੁਹਾਨੂੰ ਹਰ ਵਕਤ ਜਾਂ ਤਾਂ ਤੁਹਾਨੂੰ ਇੱਥੇ ਕਹੇਗਾ ਕਿ ਆਹ ਮੈਂ ਏਦਾਂ ਕਰ ਲੈਂਦਾ, ਉਹ ਜਿਹੜੀ ਜੋ ਕੁਝ ਹੋ ਚੁੱਕਾ ਹੈ ਜਿਹਦੇ ਬਾਰੇ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ, ਮਨ ਤੁਹਾਨੂੰ ਉਹੀ ਜਿਹੜੀਆਂ ਚੀਜ਼ ਚ ਉਲਝਾਈ ਰੱਖਦਾ ਵੀ ਏਦਾਂ ਜੇ ਮੈਂ ਕਰ ਲੈਂਦਾ, ਏਦਾਂ ਤਾਂ ਇਹ ਨਹੀਂ ਹੋਣਾ ਸੀ, ਇਹ ਨਹੀਂ ਹੋਣਾ ਸੀ ਏਦਾਂ। ਤੋ ਜੋ ਲੇਕਿਨ ਉਹ ਤੁਸੀਂ ਤਾਂ ਹੁਣ ਕਰ ਨਹੀਂ ਕੁਝ ਸਕਦੇ, ਜੋ ਬੀਤ ਗਿਆ ਉਹ, ਲੇਕਿਨ ਮਨ ਤੁਹਾਨੂੰ ਉੱਥੇ ਲਈ ਜਾ ਰਿਹਾ। ਜੇ ਉੱਥੋਂ ਤੁਸੀਂ ਉਹਨੂੰ ਮਨ ਨੂੰ ਸਮਝਾਉਂਦੇ ਹੋ ਕਿ ਨਹੀਂ ਵੀ ਦੇਖ ਹੁਣ ਜੋ ਹੋਣਾ ਸੀ ਉਹ ਹੋ ਗਿਆ, ਹੁਣ ਮੈਂ ਕੀ ਕਰ ਸਕਦਾ, ਫਿਰ ਮਨ ਤੁਹਾਨੂੰ ਫਿਊਚਰ ਚ ਲੈ ਜਾਂਦਾ, ਉਹ ਸਿਮਰਤੀ ਤੋਂ ਕਲਪਨਾ ਚ ਲੈ ਜਾਂਦਾ। ਉਹ ਫਿਰ ਕਹੇਗਾ ਕੀ ਹੋਏਗਾ, ਕੱਲ ਨੂੰ ਕੀ ਹੋਏਗਾ, ਉਦੋਂ ਕੀ ਹੋਏਗਾ, ਸਾਲ ਨੂੰ। ਤੋ ਕਹਿਣ ਦਾ ਮਤਲਬ ਹੈ ਕਿ ਮਨ ਜਿਹੜਾ ਤੁਹਾਨੂੰ ਕਦੀ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਹੈ ਉਹ ਫੋਕਸ ਨਹੀਂ ਹੋਣ ਦੇਗਾ। ਇਹ ਮਨ ਦੀ ਫਿਤਰਤ ਹੈ। ਲੇਕਿਨ ਜ਼ਾਹਰ ਹੈ ਕਿ ਜਦੋਂ ਬੰਦਾ ਮਨ ਨੂੰ ਕੰਟਰੋਲ ਕਰ ਲਏਗਾ ਤਾਂ ਇਕਾਗਰਤਾ ਉਹਦੇ ਚ ਆਏਗੀ ਔਰ ਫਿਰ ਉਹ ਫੋਕਸਿੰਗ ਕਰ ਸਕੇਗਾ। ਹੁਣ ਅਗਲਾ ਸਵਾਲ ਹੈ ਕਿ ਮਨ ਨੂੰ ਕਿਸ ਚੀਜ਼ ਨਾਲ ਮਨ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਤਾਂ ਕਿ ਇਸ ਦੀ ਜਿਹੜੀ ਪੂਰੀ ਸਮਰੱਥਾ ਹੈ ਉਹ ਅਸੀਂ ਹਾਸਲ ਕਰ ਸਕੀਏ। ਤੋ ਇਹ ਜਿਹੜਾ ਹੈ ਮਨ ਨੂੰ ਜਿਹੜਾ ਹੈ ਗਿਆਨ ਦੇ ਨਾਲ ਹੀ ਜਿਹੜਾ ਹੈ, ਕਿ ਪਹਿਲੀ ਤਾਂ ਗੱਲ ਹੈ ਕਿ ਜਦੋਂ ਮਨ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਇਹਦੀ ਜਿਹੜੀ ਅਸੀਂ ਪੂਰੀ ਸਮਰੱਥਾ ਹਾਸਲ ਕਰ ਲੈਂਦੇ ਹਾਂ ਕਿ ਮਨ ਜਿੱਤੇ ਜਗ ਜੀਤ। ਇਹ ਗੁਰਬਾਣੀ ਕਹਿੰਦੀ ਹੈ ਕਿ ਜਿਸਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਜਿੱਤ ਲਿਆ। ਫਿਰ ਹੈ ਕਿ ਮਨ ਮਾਰੇ ਧਾਤ ਮਰ ਜਾਏ। ਧਾਤ ਤੋਂ ਮਤਲਬ ਹੈ ਭਟਕਣ, ਮਾਰੇ ਤੋਂ ਮਤਲਬ ਹੈ ਕੰਟਰੋਲ ਕਰ ਲਿਆ। ਜਿਹਨੇ ਆਪਣਾ ਮਨ ਕੰਟਰੋਲ ਕਰ ਲਿਆ ਉਹਦੀ ਭਟਕਣ ਖਤਮ ਹੋ ਗਈ। ਬਿਨ ਮੂਏ ਕੈਸੇ ਹਰ ਪਾਏ। ਤੋ ਜਿਹੜੀ ਭਟਕਣ ਦੀ ਅਵਸਥਾ ਦੇ ਵਿੱਚ ਜਿਹੜਾ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੋ ਇਸ ਦਾ ਮਤਲਬ ਇਹ ਗੁਰਬਾਣੀ ਕਹਿੰਦੀ ਹੈ ਕਿ ਜਿੰਨਾ ਚਿਰ ਤੁਸੀਂ ਮਨ ਨੂੰ ਕੰਟਰੋਲ ਨਹੀਂ ਕਰੋਗੇ ਤਾਂ ਉਨੀ ਦੇਰ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਗੁਰਬਾਣੀ ਕਹਿੰਦੇ ਮਨ ਅਸਾਧ ਸਾਧੇ ਜਨ ਕੋਈ, ਅਚਰ ਚਰੇ ਤਾਂ ਨਿਰਮਲ ਹੋਈ। ਹੁਣ ਮਨ ਅਸਾਧ, ਕਿ ਇਹ ਜਿਹੜਾ ਮਨ ਹੈ ਇਹ ਕੰਟਰੋਲ ਜਿਹੜਾ ਅਸਾਧ ਤੋਂ ਮਤਲਬ ਸਾਧੇ ਜਨ ਕੋਈ, ਵੀ ਕੋਈ ਵਿਰਲਾ ਹੀ ਬੰਦਾ ਹੈ ਇਸ ਅਸਾਧ ਮਨ ਨੂੰ ਜਿਹੜਾ ਸਾਧ ਸਕਦਾ ਹੈ। ਇਸ ਜਿਹੜਾ ਮਨ ਨੂੰ ਜਿਹੜਾ ਕੰਟਰੋਲ ਕਰਨ ਵਾਲਾ ਕੋਈ ਹੁੰਦਾ ਹੈ, ਅਰਥਾਤ ਬਹੁਤ ਹੀ ਕੋਈ ਵਿਰਲਾ ਬੰਦਾ ਜਿਹੜਾ ਇਸ ਨੂੰ ਇਹ ਕੰਮ ਕਰ ਸਕਦਾ ਹੈ। ਅਚਰ ਚਰੇ, ਅਚਰ ਦਾ ਮਤਲਬ ਹੈ ਉਹ ਚੀਜ਼ ਜਿਹੜੀ ਖਾਧੀ ਨਹੀਂ ਜਾ ਸਕਦੀ, ਉਸ ਨੂੰ ਖਾ ਲਵੇ। ਅਚਰ ਚਰੇ ਤਾਂ ਨਿਰਮਲ ਹੋਏ, ਤਾਂ ਉਹ ਪੂਰੀ ਤਰ੍ਹਾਂ ਮੈਲ ਰਹਿਤ ਨਿਰਮਲ ਹੋ ਸਕਦਾ। ਤੋ ਹੁਣ ਕਿਹੜੀ ਚੀਜ਼ ਹੈ ਅਚਰ ਤੋਂ ਇੱਥੇ ਭਾਵ ਹੈ ਹਉਮੈ। ਇਹ ਚੀਜ਼ ਹੈ ਜਿਹੜੀ ਖਾਧੀ ਨਹੀਂ ਜਾਏ, ਜਿਹੜਾ ਹਉਮੈ ਨੂੰ ਜਿਹੜਾ ਖਾ ਗਿਆ ਉਹਦਾ ਉਹ ਪੂਰੀ ਤਰ੍ਹਾਂ ਨਿਰਮਲ ਹੋ। ਤੋ ਫਿਰ ਗੁਰਬਾਣੀ ਕਹਿੰਦੀ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮਹਾਉ। ਹੁਣ ਮਨ ਜਿਹੜਾ ਹੈਗਾ ਜੇ ਸਤਿਗੁਰ ਦੇ ਭਾਣੇ ਜਾਂ ਉਸਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਜੇ ਉਹ ਚੱਲ ਰਿਹਾ ਤਾਂ ਫਿਰ ਜਿਹੜਾ ਹੈ ਉਹਦਾ ਨਿਜ ਘਰ ਵਾਸਾ ਹੋ ਜਾਂਦਾ। ਨਿਜ ਘਰ ਤੋਂ ਮਤਲਬ ਉਹ ਬੰਦਾ ਜਿਹੜਾ ਟਰੂ ਸੈਲਫ ਜਿਹੜਾ ਹੈਗਾ ਉਹ ਉਸ ਨੂੰ ਰੀਅਲਾਈਜ਼ ਕਰ ਸਕਦਾ ਬੰਦਾ ਜਿਹੜਾ ਸਤਿਗੁਰ ਦੇ ਜਾਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਜਾਂ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ। ਤੇ ਅੰਮ੍ਰਿਤ ਉਹ ਪੀਵੇ। ਅੰਮ੍ਰਿਤ ਕੀ ਹੈ? ਅੰਮ੍ਰਿਤ ਜਿਹੜਾ ਅੰਮ੍ਰਿਤ ਜਿਸ ਦੀ ਮ੍ਰਿਤੂ ਨਹੀਂ ਹੁੰਦੀ, ਤੇ ਉਹ ਕਿਹੜਾ ਸਾਡੇ ਕੋਲ ਉਹ ਚੀਜ਼ ਹੈਗੀ ਅੰਮ੍ਰਿਤ। ਜ਼ਾਹਰ ਹੈ ਕਿ ਮਨੁੱਖ ਦਾ ਜਿਹੜਾ ਆਤਮਿਕ ਤੱਤ ਹੈ, ਜਿਹੜਾ ਬੰਦਾ ਉਹਦੇ ਨਾਲ ਜਿਹਦਾ ਕਨੈਕਸ਼ਨ ਜੁੜ ਗਿਆ ਉਹਨੇ ਅੰਮ੍ਰਿਤ ਪੀ ਲਿਆ, ਕਿਉਂਕਿ ਆਤਮਿਕ ਤੱਤ ਜਿਹੜਾ ਹੈ ਉਹਦੀ ਮ੍ਰਿਤੂ ਨਹੀਂ ਹੁੰਦੀ। ਤਾਂ ਸੁਖ ਪਾਏ ਸੁਖ ਲਹੇ ਮਹਿਲ, ਤਾਂ ਫਿਰ ਉਹਨੂੰ
ਸਾਰੇ ਜਿਹੜੇ ਸੁੱਖ ਜਿਹੜੇ ਨੇ ਲੱਭ ਜਾਂਦੇ ਆ। ਅਰਥਾਤ ਜਿਹੜੇ ਬੰਦੇ ਨੇ ਮਤਲਬ ਸਤਿਗੁਰੂ ਦੇ ਭਾਣੇ ਦੇ ਵਿੱਚ ਜਿਹੜਾ ਸਤਿਗੁਰੂ ਦੀ ਰਜ਼ਾ ਦੇ ਵਿੱਚ ਆਪਣੇ ਮਨ ਨੂੰ ਲੈ ਆਂਦਾ ਤਾਂ ਉਸ ਨੂੰ ਜਿਹੜਾ ਹੈ ਸਾਰੇ ਜਿਹੜੇ ਸੁੱਖਾਂ ਦੀ ਜਿਹੜੀ ਪ੍ਰਾਪਤੀ ਹੋ ਗਈ। तो इसी तरह ਜਿਹੜਾ है मन बेचे सतगुर के पास तिस सेवक के कारज रास। ਹੁਣ ਇੱਥੇ ਵੇਚਣ ਦਾ ਕੀ ਮਤਲਬ ਹੈ? ਵੇਚਣ ਤੋਂ ਮਤਲਬ ਹੈ ਕਿ ਪਰਮਾਤਮਾ ਨੂੰ ਤੁਸੀਂ ਮਨ ਜਿਹੜਾ ਹੈ ਉਸਨੂੰ ਕੰਪਲੀਟ, ਜਿਹਨਾਂ ਅੰਗਰੇਜ਼ੀ ਚ ਕਹਿੰਦੇ ਕੰਪਲੀਟ ਐਂਡ ਅਨਕੰਡੀਸ਼ਨਲ ਸਰੈਂਡਰ, ਕਿ ਇਹ ਨਹੀਂ ਹੈ ਕਿ ਤੁਸੀਂ ਸ਼ਰਤਾਂ ਲਾਓ ਕਿ ਮੈਂ ਜਿਹੜਾ ਜਾਂ ਇਨਕੰਪਲੀਟ ਸਰੈਂਡਰ ਹੈ। ਪੂਰੇ ਤੌਰ ਤੇ ਤੁਹਾਨੂੰ ਇਹ ਮੰਨਣਾ ਪੈਂਦਾ ਹੈ ਕਿ ਪਰਮਾਤਮਾ ਜੋ ਸਭ ਕੁਝ ਤੂੰ ਹੀ ਹੈ, ਤੇਰਾ ਹੀ ਚੱਲਦਾ ਹੈ, ਤੇਰੀ ਰਜ਼ਾ ਚੱਲਦੀ ਹੈ, ਤੇਰਾ ਹੀ ਹੁਕਮ ਚੱਲਦਾ ਹੈ। ਤਾਂ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਾਂ ਉਸ ਹੁਕਮ ਔਰ ਉਸ ਭਾਣੇ ਦੇ ਵਿੱਚ ਜਿਹੜਾ ਉਹ ਉਸ ਨੂੰ ਮੰਨਣਾ ਸਿੱਖ ਲਾਂ, ਬਸ ਬੰਦੇ ਦਾ ਤਾਂ ਇਹੀ ਕੰਮ ਹੈ। ਤਾਂ ਇਸ ਕਰਕੇ ਇਹ ਕੰਪਲੀਟ ਐਂਡ ਅਨਕੰਡੀਸ਼ਨਲ ਸਰੈਂਡਰ ਹੈਗਾ। ਇਹਨੂੰ ਕਹਿੰਦੇ ਆ ਕਿ ਮਨ ਵੇਚੇ ਸਤਿਗੁਰ ਕੇ ਪਾਸ। ਹੁਣ ਅਗਲਾ ਸਵਾਲ ਹੈ ਕਿ ਕਿਸ ਚੀਜ਼ ਨਾਲ ਜਿਹੜਾ ਮਨ ਤੇ ਫਿਰ ਕਾਬੂ ਪਾਇਆ ਜਾ ਸਕਦਾ? ਟੂ ਹਾਊ ਟੂ ਕੰਟਰੋਲ ਯੂਅਰ ਮਾਈਂਡ। ਇਹਦਾ ਜਿਹੜਾ ਸਾਧਨ ਹੈ ਮਨ ਨੂੰ ਕੰਟਰੋਲ ਕਰਨ ਦਾ ਗੁਰਬਾਣੀ ਅਨੁਸਾਰ ਉਹ ਗਿਆਨ ਹੈ। ਨੌਲੇਜ ਦੇ ਨਾਲ ਜਿਹੜਾ ਹੈ ਮਨ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕਦਾ। ਤੋ ਗੁਰਬਾਣੀ ਦੇ ਵਿੱਚ ਹੈ ਫਰਮਾਨ ਕੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਿਸ ਤਰ੍ਹਾਂ ਪਾਣੀ ਜਿਹੜਾ ਹੈਗਾ ਜੇ ਉਹ ਕਿਸੇ ਘੜੇ 'ਚ ਨਹੀਂ ਹੋਏਗਾ ਤਾਂ ਉਹ ਵਹਿ ਜਾਏਗਾ, ਡੁੱਲ ਜਾਏਗਾ। ਤਾਂ ਉਸ ਨੂੰ ਕੰਟਰੋਲ ਲਈ ਜਿਹੜਾ ਇੱਕ ਜਲ ਨੂੰ ਇੱਕ ਘੜੇ ਦੀ ਲੋੜ ਹੈ। ਲੇਕਿਨ ਘੜਾ ਵੀ ਜਿਹੜਾ ਹੈਗਾ ਉਹ ਵੀ ਜਿਹੜਾ ਪਾਣੀ ਦੇ ਵਿੱਚੋਂ ਜਿਹੜਾ ਬਣਦਾ ਹੈ। ਇਹ ਇੰਟਰਕਨੈਕਸ਼ਨ ਜਿਹੜਾ ਚੀਜ਼ਾਂ ਦਾ ਇਹ ਵੀ ਸਾਨੂੰ ਜਿਹੜਾ ਕਿ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਨੇ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਤਾਂ ਗਿਆਨ ਦੇ ਨਾਲ ਹੀ ਜਿਹੜਾ ਮਨ ਜਿਹੜਾ ਹੈਗਾ ਉਹ ਅਸੀਂ ਜਿਹੜਾ ਇਸ ਨੂੰ ਕੰਟਰੋਲ ਕਰ ਸਕਦੇ ਹਾਂ। ਪਰ ਗੁਰੂ ਤੋਂ ਬਿਨਾਂ ਗਿਆਨ ਵੀ ਨਹੀਂ ਹੋ ਸਕਦਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਜਿਹੜਾ ਇੰਟਰਕਨੈਕਸ਼ਨ ਦਾ ਜਿਹੜਾ ਸਿਧਾਂਤ ਹੈ ਉਹ ਵੀ ਸਾਨੂੰ ਜਿਹੜਾ ਇਹਨਾਂ ਗੱਲਾਂ ਤੋਂ ਸਮਝ ਆਉਂਦਾ ਹੈ। ਹੁਣ ਇੱਕ ਚੀਜ਼ ਇਹ ਹੈਗੀ ਹੈ ਕਿ ਮੈਂ ਕਹਿੰਦਾ ਕਿ ਮਾਈਂਡ ਇਜ਼ ਦ ਸੀਟ ਆਫ ਕਲਟੀਵੇਸ਼ਨਲ ਸਪਿਰਿਚੁਅਲਿਟੀ। ਹੁਣ ਜਿਹੜਾ ਮਨ ਜਿਹੜਾ ਹੈ ਉਹ ਵਿਕਸਿਤ ਰੂਹਾਨੀਅਤ ਜਿਹੜੀ ਹੈਗੀ ਆ ਉਹਦਾ ਸਥਾਨ ਹੈ ਗੁਰਬਾਣੀ ਅਨੁਸਾਰ। ਹੁਣ ਸਵਾਲ ਇਹ ਹੈ ਕਿ ਮਤਲਬ ਇਹ ਜਿਹੜੀ ਸਪਿਰਿਚੁਅਲਿਟੀ ਜਿਹੜੀ ਹੈ ਇਹ ਵੀ ਮਤਲਬ ਜਿਹੜੀ ਵਿਕਸਿਤ ਕਲਟੀਵੇਸ਼ਨਲ ਜਿਹੜੀ ਹੈ, ਤੇ ਇੱਕ ਜਿਹੜੀ ਦੂਸਰਾ ਜਿਹੜਾ ਇਹ ਸਾਡਾ ਜਿਹੜਾ ਕਨਸੈਪਟ ਹੈ ਪੂਰਬ ਦਾ ਜਿਹੜਾ ਹੈਗਾ, ਜਿਹੜਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਸਾਨੂੰ ਸਮਝਾਇਆ ਗਿਆ, ਇਹ ਹੈ ਕਿ ਜਿਹੜੀ ਰੂਹਾਨੀਅਤ ਹੈ ਇਹ ਤੁਹਾਨੂੰ ਕਲਟੀਵੇਟ ਕਰਨੀ ਪੈਂਦੀ ਹੈ, ਇਹ ਆਪਣੇ ਅੰਦਰੂਨੀ ਤੌਰ ਤੇ ਵਿਕਸਿਤ ਕਰਨੀ ਪੈਂਦੀ ਹੈ। ਲੇਕਿਨ ਇੱਕ ਜਿਹੜਾ ਰੂਹਾਨੀਅਤ ਉਹ ਹੈ ਜਿਹੜੀ ਤੁਹਾਨੂੰ ਬਾਹਰੋਂ ਤੁਹਾਡੇ ਤੇ ਲਾਗੂ ਕੀਤੀ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਪ੍ਰਿਸਕ੍ਰਿਪਟਿਵ ਜਾਂ ਨਿਰਦੇਸ਼ਿਤ ਜਿਹੜੀ ਹੈਗੀ ਆ। ਜਿਸ ਤਰ੍ਹਾਂ ਡਾਕਟਰ ਤੁਹਾਨੂੰ ਨੁਸਖਾ ਲਿਖ ਦਿੰਦਾ ਹੈਗਾ, ਤਾਂ ਇੱਕ ਉਹ ਵੀ ਸਪਿਰਿਚੁਅਲਿਟੀ ਵੀ ਤੁਸੀਂ ਆਹ ਨਹੀਂ ਕਰਨਾ, ਇਹ ਨਹੀਂ ਕਰਨਾ। ਲੇਕਿਨ ਗੁਰਬਾਣੀ ਦਾ ਜਿਹੜਾ ਕਨਸੈਪਟ ਹੈ, ਸੰਕਲਪ ਹੈ ਰੂਹਾਨੀਅਤ ਦਾ, ਉਹ ਕਲਟੀਵੇਸ਼ਨਲ ਹੈ, ਉਹ ਵਿਕਸਿਤ ਕਰਨ ਵਾਲਾ ਹੈ। ਤੇ ਉਹ ਇਸ ਜਿਹੜੇ ਫਰਮਾਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹਦੀ ਪ੍ਰਮਾਣਿਤ ਹੋ ਜਾਂਦਾ ਹੈ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼। ਤੋ ਮਨ ਜਿਹੜਾ ਹੈ ਤੁਹਾਡਾ ਜਿਹੜਾ ਕਿਰਸਾਨ ਹੈ, ਉਹ ਤੁਹਾਡੀ ਕਿਰਸਾਨੀ ਜਿਹੜੀ ਉਹ ਤੁਹਾਡੀਆਂ ਗੁੱਡ ਡੀਡਸ ਨੇ, ਜਿਹੜੇ ਚੰਗੇ ਕੰਮ ਕਰਨੀ ਜਿਹੜੀ ਹੈ। ਤੋ ਸ਼ਰਮ ਪਾਣੀ, ਸ਼ਰਮ ਦਾ ਮਤਲਬ ਹੈ ਮਿਹਨਤ, ਉਦਮ, ਉਹਦਾ ਪਾਣੀ ਲਾਓ ਤੇ ਤਨ ਨੂੰ ਆਪਣੇ ਨੂੰ ਖੇਤ ਬਣਾਓ। ਨਾਮ ਬੀਜ, ਉਸ ਖੇਤ ਦੇ ਵਿੱਚ ਫਿਰ ਨਾਮ ਦਾ ਜਿਹੜਾ ਬੀਜ ਬੀਜੋ ਔਰ ਉਹਦੇ ਤੇ ਸੰਤੋਖ ਦਾ ਜਿਹੜਾ ਸੁਹਾਗਾ ਯਾਨੀ ਕੰਟੈਂਟਮੈਂਟ ਦਾ ਜਿਹੜਾ ਹੈ ਉਹ ਸੁਹਾਗਾ ਜਿਹੜੇ ਉੱਤੇ ਫੇਰੋ। ਤੇ ਰੱਖ ਗਰੀਬੀ ਵੇਸ਼। ਹੁਣ ਗਰੀਬੀ ਜਿਹੜੀ ਦਾ ਮਤਲਬ ਹੈ ਨਿਮਰਤਾ ਜਿਹੜੀ ਹੈ, ਹਿਊਮਿਲਿਟੀ। ਤਾਂ ਉਹ ਖੇਤ ਨੂੰ ਜਿਹੜੀ ਵਾੜ ਲਾਣੀ ਹੈਗੀ ਹੈ ਉਹ ਤੁਸੀਂ ਜਿਹੜੀ ਹੈ ਨਿਮਰਤਾ ਦੀ ਵਾੜ ਲਾਣੀ ਹੈ। ਤਾਂ ਇਹ ਸਾਰਾ ਜਿਹੜਾ ਸੰਕਲਪ ਹੈ ਇਹ ਸਾਨੂੰ ਸਪਸ਼ਟ ਕਰਦਾ ਹੈ ਕਿ ਗੁਰਬਾਣੀ ਜਿਹੜੀ ਹੈ ਸਾਨੂੰ ਇਹ ਕਲਟੀਵੇਸ਼ਨਲ ਸਪਿਰਿਚੁਅਲਿਟੀ ਦਾ ਸੰਕਲਪ ਦੇ ਰਹੀ ਹੈ ਕਿ ਆਪਣੇ ਜਿਹੜੀ ਰੂਹਾਨੀਅਤ ਹੈ ਇਹ ਤੁਸੀਂ ਖੁਦ ਅੰਦਰੋਂ ਵਿਕਸਿਤ ਕਰਨੀ ਹੈ। ਹੁਣ ਅਸੀਂ ਜਿਹੜਾ ਹੈਗਾ ਇਹ ਤਾਂ ਸਾਰਾ ਜਿਹੜਾ ਮੈਂ ਕਹਿੰਦਾ ਕਿ ਜਿਹੜੇ
ਸੰਕਲਪ ਨੇ ਕਲਟੀਵੇਸ਼ਨਲ ਸਪਿਰਿਚੁਅਲਿਟੀ ਜਿਹੜੀ ਈਸਟਰਨ ਸੰਕਲਪ ਨੇ, ਮੈਂ ਸਮਝਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਈਸਟਰਨ ਸਪਿਰਿਚੁਅਲਿਟੀ, ਈਸਟਰਨ ਫਿਲਾਸਫੀ ਦੇ ਕਲਾਈਮੈਕਸ ਨੇ, ਸਿਖਰ ਨੇ। ਤੋ ਇਸ ਕਰਕੇ ਜਿੰਨੀ ਸਪਸ਼ਟਤਾ ਦੇ ਨਾਲ ਇਹ ਜਿਹੜਾ ਕਲਟੀਵੇਸ਼ਨਲ ਸਪਿਰਿਚੁਅਲਿਟੀ ਦਾ ਜਿਹੜਾ ਕਨਸੈਪਟ ਹੈ, ਵਿਕਸਿਤ ਰੂਹਾਨੀਅਤ ਦਾ ਜਿਹੜਾ ਸੰਕਲਪ ਹੈ, ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਮਝਾਇਆ ਗਿਆ ਹੈ। ਉਹ ਸਾਨੂੰ ਇਦਾਂ ਦੀ ਸਪਸ਼ਟਤਾ ਦੇ ਨਾਲ ਕਿਸੇ ਫਿਲਾਸਫੀ ਦੇ ਵਿੱਚ ਇਹ ਸਮਝਾਇਆ ਨਹੀਂ ਗਿਆ। ਤੋ ਹੁਣ ਅਸੀਂ ਇਹ ਕਲਾਈਮੈਕਸ ਹੈਗਾ, ਲੇਕਿਨ ਅੱਗੋਂ ਅਸੀਂ ਹੁਣ ਦੇਖਦੇ ਇਹ ਤਾਂ ਪੂਰਬੀ ਜਿਹੜਾ ਮਨ ਦਾ ਜਿਹੜੇ ਸੰਕਲਪ ਨੇ, ਅਸੀਂ ਸਾਰੇ ਜਿਹੜੇ ਗੁਰਬਾਣੀ ਦੇ ਵਿੱਚ ਅਸੀਂ ਦੇਖੇ। ਹੁਣ ਥੋੜਾ ਜਿਹਾ ਅਸੀਂ ਇਹ ਵੀ ਦੇਖੇ ਕਿ ਪੱਛਮੀ ਦੇ ਜਿਹੜਾ ਵਿਚਾਰਧਾਰਾ ਮਨ ਦਾ ਕੀ ਸੰਕਲਪ ਹੈ। ਤੋ ਇਹ ਤੁਲਨਾਤਮਕ ਇੱਕ ਤਰ੍ਹਾਂ ਦਾ ਅਧਿਐਨ ਹੋ ਜਾਂਦਾ ਹੈ, ਉਹਦੇ ਨਾਲ ਸਾਨੂੰ ਹੋਰ ਜਿਹੜਾ ਸਮਝ ਆਉਂਦੀ ਵੀ ਕਿੰਨਾ ਜਿਹੜਾ ਹੈ ਸਾਡਾ ਜਿਹੜਾ ਸਾਡੇ ਕਨਸੈਪਟ, ਸਾਡੇ ਸੰਕਲਪ ਕਿੰਨੇ ਸਰਵੋਤਮ ਨੇ, ਕਿੰਨੇ ਉੱਚੇ ਨੇ, ਕਿੰਨੇ ਵਧੀਆ ਨੇ। ਤੋ ਪੱਛਮ ਦੇ ਵਿੱਚ ਜਿਹੜਾ ਕਨਸੈਪਟ ਉਹ ਮਨ, ਜਿੱਦਾਂ ਮੈਂ ਪੂਰਬ ਦੇ ਵਿੱਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਸੰਕਲਪ ਹੈ ਕਿੰਨਾ ਬਰੋਡ ਹੈ, ਕਿੰਨਾ ਵਿਸ਼ਾਲ ਹੈ, ਕਿੰਨਾ ਮਲਟੀ ਡਾਇਮੈਂਸ਼ਨਲ, ਬਹੁਤ ਪਸਾਰੀ, ਬਹੁਤ ਪੱਖੀ, ਮਲਟੀਲੈਟਰਲ ਹੈ, ਔਰ ਪੋਜ਼ਿਟਿਵਿਟੀ ਹੈ। ਅਸੀਂ ਪੋਜ਼ਿਟਿਵ ਹੈ ਕਿ ਸਾਨੂੰ ਬੰਦੇ ਨੂੰ ਇਹ ਦੱਸਿਆ ਗਿਆ ਕਿ ਮਨ ਜਿਸ ਤਰ੍ਹਾਂ ਤੇਰਾ ਇਹ ਜਿਹੜੀ ਨੇਚਰ ਤੂੰ ਸਮਝ ਰਿਹਾ ਇਹ ਉਹੀ ਹੈ ਕਿ ਜਿਹੜਾ ਉਲਝਿਆ ਹੋਇਆ ਮਨ ਹੈ। ਜੇ ਲੇਕਿਨ ਜੇ ਤੂੰ ਇਸ ਮਨ ਨੂੰ ਜੇ ਕਲਟੀਵੇਟ ਕਰੇ ਕਲਟੀਵੇਸ਼ਨਲ ਸਪਿਰਿਚੁਅਲਿਟੀ ਦੇ ਨਾਲ, ਤਾਂ ਤੂੰ ਇਸ ਮਨ ਨੂੰ ਜਾਗਰਤ ਕਰ ਸਕਦਾ ਤੇ ਫਿਰ ਇਹਦੀ ਜਿਹੜੀ ਪੂਰਨ ਇਹਦੀ ਸਮਰੱਥਾ ਹੈ, ਜਿਹੜੀ ਟੋਟਲ ਪੋਟੈਂਸ਼ੀਅਲ ਹੈ, ਉਹ ਤੂੰ ਰਿਅਲਾਈਜ਼ ਕਰ ਸਕਦਾ, ਉਹ ਤੂੰ ਹਾਸਲ ਕਰ ਸਕਦਾ। ਤੋ ਇਹ ਇੱਕ ਬੜੀ ਪੋਜ਼ਿਟਿਵ ਅਪਰੋਚ ਹੈ ਕਿ ਮਤਲਬ ਜਿਹੜਾ ਸਾਨੂੰ ਇਹ ਉਮੀਦ ਦਿੱਤੀ ਗਈ ਹੈ, ਉਹ ਆਸ ਦਿੱਤੀ ਗਈ ਹੈ ਕਿ ਬੰਦੇ ਤੂੰ ਜਿਹੜਾ ਹੈ ਆਪਣੇ ਮਨ ਰਾਹੀਂ ਜਿਹੜਾ ਹੈ ਬਹੁਤ ਕੁਝ ਹਾਸਲ ਕਰ ਸਕਦਾ। ਹਾਸਲ ਕੀ ਕਿ ਤੂੰ ਤਾਂ ਮਤਲਬ ਪਰਮਾਤਮਾ ਦਾ ਹੀ ਰੂਪ ਹੋ ਸਕਦਾ। ਲੇਕਿਨ ਇਹਦੇ ਮੁਕਾਬਲੇ ਜਿਹੜੇ ਪੱਛਮੀ ਸੰਕਲਪ ਨੇ ਉਹ ਬਹੁਤ ਸੀਮਤ ਨੇ, ਇੱਕ ਤਾਂ ਬੜੇ ਲਿਮਿਟਡ ਨੇ, ਔਰ ਉਹ ਨੈਗੇਟਿਵ ਨੇ। ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਜੇ ਅਸੀਂ ਜਿਹੜਾ ਆਧਾਰ ਹੈ, ਜੇ ਅਸੀਂ ਜਿਹੜਾ ਪੱਛਮੀ ਜਿਹੜਾ ਮਨ ਦਾ ਸੰਕਲਪ ਦਾ, ਤਾਂ ਉਹ ਸਿਗਮੰਡ ਫਰਾਇਡ ਦਾ ਜਿਹੜਾ ਹੈ ਉਹਨੇ ਬਣਾਇਆ ਹੈ। ਤੋ ਸਿਗਮੰਡ ਫਰਾਇਡ ਜਿਹੜਾ ਹੈਗਾ ਉਹ ਇਹ ਕਹਿੰਦਾ ਕਿ ਮਨ ਜਿਹੜਾ ਹੈਗਾ ਉਹਦੇ ਦੋ ਹੀ ਅਵਸਥਾਵਾਂ ਨੇ, ਇੱਕ ਕੌਨਸ਼ੀਅਸ ਤੇ ਇੱਕ ਸਬ ਕੌਨਸ਼ੀਅਸ, ਇੱਕ ਸੁਚੇਤ ਮਨ ਹੈ ਤੇ ਇੱਕ ਅਚੇਤ ਮਨ ਹੈ। ਹੁਣ ਉਹ ਕਹਿੰਦਾ ਕਿ ਜਿਹੜਾ ਸਾਰਾ ਕੁਝ ਸਾਡਾ ਜਿਹੜਾ ਉਹ ਅਚੇਤ ਮਨ ਚ ਪਿਆ ਹੈਗਾ, ਉਹਦੇ ਚ ਜਿਹੜੀਆਂ ਸਾਡੀਆਂ ਦੱਬੀਆਂ ਹੋਈਆਂ ਖਾਸ਼ਾਂ ਔਰ ਜਿਹੜੇ ਮਾੜੇ ਖਿਆਲ ਨੇ ਸਾਰੇ ਜੋ ਸਾਨੂੰ ਆਉਂਦੇ ਨੇ, ਔਰ ਜਿਹੜੇ ਅਸੀਂ ਪ੍ਰਗਟ ਨਹੀਂ ਕਰ ਸਕਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੂੰ ਸਾਡੇ ਅਚੇਤ ਮਨ ਦੇ ਵਿੱਚ ਪਈਆਂ ਹੈ, ਸਬ ਕੌਨਸ਼ੀਅਸ ਦੇ ਵਿੱਚ ਪਈਆਂ। ਤੇ ਉਹ ਕਹਿੰਦਾ ਕਿ ਜਿਹੜਾ ਸਾਡਾ ਮਨ ਜਿਹੜਾ ਕੌਨਸ਼ੀਅਸ ਹੈ, ਜਿਹੜਾ ਸੁਚੇਤ ਮਨ ਹੈ, ਉਹਦਾ ਸਿਰਫ ਇੰਨਾ ਹੀ ਕੰਮ ਹੈਗਾ ਕਿ ਉਹ ਜਿਹੜੀਆਂ ਸਾਡੇ ਅਚੇਤ ਮਨ ਦੇ ਵਿੱਚ ਦੱਬੀਆਂ ਹੋਈਆਂ ਖਾਸ਼ਾਂ ਜਾਂ ਮਾੜੇ ਖਿਆਲ ਨੇ, ਉਹਨਾਂ ਨੂੰ ਇਸ ਢੰਗ ਨਾਲ ਜਿਹੜਾ ਪ੍ਰਗਟ ਕਰੇ ਕਿ ਜਿਹੜਾ ਸੋਸ਼ਲੀ ਐਕਸੈਪਟੇਬਲ ਹੈ, ਜਿਹੜਾ ਸਮਾਜ ਉਹਨੂੰ ਸਵੀਕਾਰ ਕਰ ਸਕੇ। ਤੋ ਉਹਨੇ ਜਿਹੜੀ ਆਪ ਹੀ ਇਹ ਤੁਲਨਾ ਇਹ ਦਿੱਤੀ ਕਿ ਜਿਹੜਾ ਅਚੇਤ ਮਨ ਹੈ, ਸਬਕੌਨਸ਼ੀਅਸ ਮਾਈਂਡ ਹੈ, ਉਹ ਇੱਕ ਹਾਥੀ ਦੀ ਤਰ੍ਹਾਂ ਹੈ, ਤੇ ਜਿਹੜਾ ਸੁਚੇਤ ਮਨ ਹੈ ਉਹ ਇੱਕ ਮੁਹਾਵਤ ਹੈ ਤੇ ਉਹਦੇ ਕੋਲ ਅੰਕਸ਼ ਪਿਆ। ਤੋ ਸਾਰਾ ਹਾਥੀ ਨੂੰ ਉਹ ਕੰਟਰੋਲ ਬਸ ਇੰਨਾ ਕਰ ਸਕਦਾ ਵੀ ਇੱਧਰ ਜਾ, ਲੇਕਿਨ એનર્ਜੀ ਜਿਹੜੀ ਸਾਰੀ ਜੋ ਕੁਝ ਹੈ ਉਹ ਸਾਰੀ ਅਚੇਤ ਹਾਥੀ ਕੋਲ ਹੈ, ਮੁਹਾਵਤ ਕੋਲ ਨਹੀਂ ਹੈ। ਮੁਹਾਵਤ ਕੋਲ ਤੇ ਅੰਕਸ਼ ਹੈ ਜਿਹਦੇ ਨਾਲ ਉਹ ਹਾਥੀ ਨੂੰ ਮਤਲਬ ਜਿਹੜਾ ਚਲਾ ਸਕਦਾ ਹੈ। ਤੋ ਇਹ ਮਤਲਬ ਜਿਹੜਾ ਕਨਸੈਪਟ ਜਿਹੜਾ ਹੈਗਾ, ਇਹ ਮੈਂ ਇਹਨੂੰ ਨੈਗੇਟਿਵ ਕਨਸੈਪਟ ਕਹਿੰਦਾ। ਤੋ ਲੇਕਿਨ ਇੱਕ ਫਰਾਇਡ ਦਾ ਆਪਣਾ ਸਟੂਡੈਂਟ ਸੀਗਾ ਕਾਰਲ ਜੁੰਗ, ਤਾਂ ਉਹਨੇ ਕਾਰਲ ਜੁੰਗ ਨੇ ਕਿਹਾ ਕਿ ਨਹੀਂ, ਉਹ ਫਰਾਇਡ ਨਾਲ ਉਹਦਾ ਡਿਫਰੈਂਸ ਆ ਗਿਆ ਤੇ ਉਹਨੇ ਇੱਕ ਵੱਖਰਾ ਜਿਹੜਾ ਕਨਸੈਪਟ ਦਿੱਤਾ ਜਿਹੜਾ ਉਹ ਹੈ ਕਲੈਕਟਿਵ ਅਨਕੌਂਸ਼ੀਅਸ, ਸਮੂਹਕ ਅਚੇਤ ਮਨ। ਔਰ ਉਹ ਕਹਿੰਦਾ ਕਿ ਜਿਹੜਾ ਇਹ ਨਹੀਂ ਹੈ ਕਿ ਜਿਹੜਾ ਇਹ ਫਰਾਇਡ ਕਹਿ ਰਿਹਾ ਸਬ ਕੌਨਸ਼ੀਅਸ ਮਾਈਂਡ ਦਾ ਸੰਕਲਪ, ਇਹ ਸਿਰਫ ਇੱਕ ਮਤਲਬ ਇੰਡੀਵਿਜੂਅਲ ਦੇ ਉੱਪਰ ਲਾਗੂ ਹੁੰਦਾ ਹੈ, ਲੇਕਿਨ ਇੱਕ ਉਹ ਕਹਿੰਦਾ ਕਿ ਕਲੈਕਟਿਵ ਵੀ ਅਨਕੌਂਸ਼ੀਅਸ ਹੈ। ਜਿਹੜਾ ਸਾਰਾ ਮਨੁੱਖੀ ਵਿਕਾਸ ਹੋਇਆ ਹੈ, ਉਹ ਸਾਰਾ ਹਿਸਟੋਰੀਕਲ ਜੋ ਵਿਕਾਸ ਉਹ ਸਾਡੇ ਮਨ ਦੇ ਵਿੱਚ ਪਿਆ ਹੈਗਾ, ਉਹ ਸਾਡੇ ਤੱਕ ਸੀਮਿਤ ਨਹੀਂ ਹੈਗਾ, ਉਹ ਸਾਰਾ ਸਮੂਹਕ ਹੈ। ਤਾਂ ਹੁਣ ਇਹ ਜਿਹੜਾ ਮਤਲਬ ਕਾਰਲ ਜੁੰਗ ਦਾ ਜਿਹੜਾ ਸੰਕਲਪ ਹੈ ਉਹ ਪੂਰਬੀ ਸੰਕਲਪ ਹੈ ਕਿ ਜਿਹੜਾ ਉਹ ਸਾਰੇ ਸਮੁੱਚਤਾ ਨਾਲ ਦੇਖ ਰਿਹਾ ਹੈ
ਉਹ ਮਤਲਬ ਇੰਡੀਵਿਜੂਅਲ ਮਾਈਂਡ ਨੂੰ ਨਹੀਂ ਦੇਖਦਾ, ਕਲੈਕਟਿਵ ਨੂੰ ਮਾਈਂਡ ਨੂੰ ਦੇਖ ਰਿਹਾ। ਲੇਕਿਨ ਬਦਕਿਸਮਤੀ ਨਾਲ ਜਿਹੜਾ ਕਾਰਲ ਜੰਗ ਦਾ ਜਿਹੜਾ ਹੈਗਾ ਕਾਨਸੈਪਟ, ਉਹ ਕਦੇ ਵੀ ਵੈਸਟ ਨੇ ਉਹਨੂੰ ਪ੍ਰਮੋਟ ਨਹੀਂ ਕੀਤਾ, ਕਿਉਂਕਿ ਉਹ ਵੈਸਟ ਨੂੰ ਮਤਲਬ ਕਲੈਕਟਿਵ ਜਿਹੜੀ ਹੈ, ਵੈਸਟ ਦੇ ਵਿੱਚ ਤਾਂ ਹਮੇਸ਼ਾ ਜਿਹੜਾ ਹੈਗਾ ਇੰਡੀਵਿਜੂਅਲਿਜ਼ਮ ਜਿਹੜਾ ਹੈਗਾ, ਨਿੱਜਵਾਦ ਜਿਹੜਾ ਹੈਗਾ ਉਹੀ ਭਾਰੂ ਹੈ, ਤੇ ਉਹਨਾਂ ਨੇ ਕਲੈਕਟਿਵ ਜਿਹੜੀ ਵੀ ਕੋਈ ਫਿਲਾਸਫੀ ਹੈ ਉਸ ਨੂੰ ਅੱਗੇ ਸਾਹਮਣੇ ਨਹੀਂ ਆਉਣ ਦੇਣਾ। ਤੋ ਇੱਕ ਜਿਹੜਾ ਹੋਰ ਸਾਡੇ ਕੋਲ ਜਿਹੜਾ ਕਾਨਸੈਪਟ ਅਸੀਂ ਇਹਦੇ ਨਾਲ ਜਿਹੜਾ ਮਨ ਦੇ ਨਾਲ ਜਿਹੜਾ ਰਿਲੇਟਡ ਹੈਗਾ, ਉਹ ਹੈਗਾ ਮਨਮੁਖ ਤੇ ਗੁਰਮੁਖ ਦਾ ਜਿਹੜਾ ਸੰਕਲਪ ਹੈ। ਹੁਣ ਮਨਮੁਖ ਤੇ ਗੁਰਮੁਖ, ਮਨਮੁਖ ਤੋਂ ਜਿਸ ਦਾ ਜਿਹੜਾ ਮੁਖ ਮਨ ਵੱਲ ਹੈ ਉਹ ਮਨਮੁਖ ਹੈ। ਲੇਕਿਨ ਇੱਥੇ ਫੇਰ ਇਹ ਮਤਲਬ ਜਿਹੜਾ ਅਸੀਂ ਇਹ ਜਿਹੜੀ ਡਿਸਟਿੰਕਸ਼ਨ ਕਰਨੀ ਹੈ ਜਾਂ ਨਿਖੇੜਾ ਕਰਨਾ ਹੈ ਕਿ ਮਨਮੁਖ ਜਿਹੜਾ ਹੈਗਾ ਉਹ ਮਨ ਕਿਹੜੇ ਮਨ ਦੀ ਗੱਲ ਹੋ ਰਹੀ ਹੈ, ਉਹ ਜਿਹੜਾ ਮਨ ਜਿਹੜਾ ਹੈ ਇਨ ਮਨ ਅਵਸਥਾ ਵਾਲਾ ਮਨ ਹੈ, ਵਰਲਡ ਸੰਸਾਰਿਕ ਮਨ ਹੈ, ਵਰਲਡਲੀ ਮਨ। ਤਾਂ ਦੂਸਰੇ ਪਾਸੇ ਜਿਹੜਾ ਗੁਰਮੁਖ ਕੀ ਹੈ ਕਿ ਗੁਰਮੁਖ ਦਾ ਜਿਹੜਾ ਗੁਰੂ ਵੱਲ ਜਿਹਦਾ ਮੁਖ ਹੈ, ਜਿਹੜਾ ਗੁਰੂ ਤੋਂ ਜਿਹੜਾ ਹੈਗਾ ਉਹ ਲੈ ਰਿਹਾ ਸੇਧ, ਜਿਹੜਾ ਲੈ ਰਿਹਾ ਜਿਹੜਾ ਮਨ ਤੋਂ। ਗੁਰਬਾਣੀ ਜਿਹੜੀ ਹੈ ਸਾਨੂੰ ਮਨਮੁਖ ਤੋਂ ਗੁਰਮੁਖਪਨ ਦਾ ਜਿਹੜਾ ਹੈ ਉਹ ਸੰਦੇਸ਼ ਦਿੰਦੀ ਹੈ। ਤੋ ਗੁਰਮੁਖ ਜਿਹੜਾ ਮਨਮੁਖ ਬੰਦਾ ਕੌਣ ਹੈ, ਜਿਹੜਾ ਆਪਣੇ ਆਪ ਤੇ ਜਿਹੜਾ ਆਪਣੀ ਜਿਹੜੀ ਮਨਮਤ ਜਿਹੜੀ ਹੈ, ਸੈਲਫ ਵਿਲਡ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ, ਉਹ ਸੈਲਫ ਵਿਲਡ ਹੈ, ਈਗੋਇਸਟ ਮੈਨ ਹੈ। ਤੇ ਜਿਹੜਾ ਮਤਲਬ ਗੁਰਮੁਖ ਹੈ ਉਹ ਐਨਲਾਈਟਨਡ, ਫੁੱਲੀ ਐਨਲਾਈਟਨਡ ਮੈਨ ਹੈ। ਤੋ ਇਹ ਜਿਹੜਾ ਹੈਗਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਜਾਗਰਤ ਮਨ ਹੈ ਜਿਹਦਾ ਹੋ ਗਿਆ ਉਹ ਗੁਰਮੁਖ ਹੈ। ਤੋ ਹੁਣ ਇੱਕ ਹੈਗਾ ਕਿ ਮਨਮਤ ਤੇ ਗੁਰਮਤ। ਜਿਹੜਾ ਮਨਮੁਖ ਹੈ ਉਹ ਮਨਮਤ ਦੇ ਵਿੱਚ ਜਿਹੜਾ ਰਹਿ ਰਿਹਾ ਹੈਗਾ। ਤੋ ਮਨਮਤ ਕੀ ਹੈ? ਮਨਮਤ ਸਾਨੂੰ ਕਹਿੰਦੀ ਹੈ ਕਿ ਅੰਗਰੇਜ਼ੀ ਚ ਅਸੀਂ ਕਹੀਏ ਨੇ ਕਿ ਵੀ ਵਾਂਟ ਬਿਗਰ, ਬੈਟਰ ਐਂਡ ਮੋਰ। ਇਹ ਹੈ ਹਰ ਵਕਤ ਜਿਹੜਾ ਮਨ ਤੁਹਾਨੂੰ ਇੱਧਰ ਨੂੰ ਕਹਿੰਦਾ ਜੀ ਮੈਨੂੰ ਇਹ ਚਾਹੀਦਾ, ਮੈਨੂੰ ਹੋਰ ਵੱਡੀਆਂ ਚੀਜ਼ਾਂ ਚਾਹੀਦੀਆਂ, ਬਿਗਰ ਹੋਰ ਵਧੀਆ ਚੀਜ਼ਾਂ ਚਾਹੀਦੀਆਂ, ਐਂਡ ਮੋਰ ਮੈਨੂੰ ਹੋਰ ਚਾਹੀਦਾ, ਹੋਰ ਚਾਹੀਦਾ। ਤੇ ਇੱਕ ਹੋਰ ਅਸੀਂ ਇਹ ਗੱਲ ਵੀ ਕਹਿ ਸਕਦੇ ਹਾਂ ਕਿ ਅਸੀਂ ਜਿਹੜੇ ਮਨਮਤ ਦੀ ਇੱਕ ਉਦਾਹਰਣ ਇਹ ਵੀ ਦਿੱਤੀ ਜਾ ਸਕਦੀ ਹੈ ਕਿ we buy things we don't need with the money we don't have। ਇਹ ਅਲਟੀਮੇਟਲੀ ਜਿਹੜੀ ਹੈ ਜਿਹੜਾ ਮਨਮਤ ਹੈ ਕੰਜ਼ੂਮਰਿਜ਼ਮ ਦੀ ਸਿਖਰ ਹੈ ਕਿ ਅਸੀਂ ਜੇ ਅੰਗਰੇਜ਼ੀ ਜੋ ਮੈਂ ਕਹਾਂ ਜੇ ਪੰਜਾਬੀ ਚ ਅਸੀਂ ਇਹਦੀ ਅਨੁਵਾਦ ਕਰੀਏ ਤੇ ਅਸੀਂ ਉਹ ਚੀਜ਼ਾਂ ਖਰੀਦਣਾ ਚਾਹੁੰਦੇ ਹਾਂ ਜਿਹਦੇ ਦੀ ਸਾਨੂੰ ਲੋੜ ਹੀ ਨਹੀਂ ਹੈ, ਤੇ ਅਸੀਂ ਉਸ ਪੈਸੇ ਨਾਲ ਖਰੀਦਣਾ ਚਾਹ ਰਹੇ ਹਾਂ ਜਿਹੜਾ ਸਾਡੇ ਕੋਲ ਹੈ ਹੀ ਨਹੀਂ। ਤਾਂ ਇਹ ਜਿਹੜੀ ਹੈ ਅਲਟੀਮੇਟ ਕੰਜ਼ਿਊਮਰਿਜ਼ਮ ਹੈ, ਇਹ ਅਸਲੀ ਜਿਹੜੀ ਅੱਜ ਦੇ ਵਿੱਚ ਜਿਹੜੀ ਮਨਮਤ। ਤੇ ਹੁਣ ਇਹ ਜਿਹੜਾ ਮਨ ਜਿਹੜਾ ਹੈਗਾ ਜਾਗਰਤ ਮਨ ਜਿਹੜਾ ਹੈਗਾ ਉਹ ਫੈਸਲਾ ਕਰ ਸਕਦਾ ਹੈ ਵੀ ਡਿਜ਼ਾਇਰਸ ਔਰ ਨੀਡਸ ਦੇ ਵਿੱਚ ਜਿਹੜਾ ਹੈਗਾ ਨਿਖੇੜਾ ਕਰ ਸਕਦਾ। ਤਾਂ ਡਿਜ਼ਾਇਰਸ ਜਿਹੜੀਆਂ ਹੈਗੀਆਂ ਨੇ, ਹੁਣ ਡਿਜ਼ਾਇਰਸ ਜਿਹੜੀਆਂ ਨੇ, ਖਾਹਿਸ਼ਾਂ ਨੇ ਜਿਹੜੀਆਂ, ਉਹ ਉਹਨਾਂ ਦੀ ਕੋਈ ਸੀਮਾ ਨਹੀਂ, ਉਹ ਪਰਿਭਾਸ਼ਿਤ ਨਹੀਂ ਹੋ ਸਕਦੀਆਂ, ਉਹ ਡਿਫਾਈਨ ਨਹੀਂ ਹੋ ਸਕਦੀ। तो ਜਿਹੜੀ ਚੀਜ਼ ਡਿਫਾਈਨ ਨਹੀਂ ਹੋ ਸਕਦੀ ਉਹ ਪੂਰੀ ਨਹੀਂ ਹੋ ਸਕਦੀ, तो ਉਹ ਹਾਸਲ ਨਹੀਂ ਹੋ ਸਕਦੀ ਜਾਂ ਪੂਰੀ ਨਹੀਂ ਹੋ ਸਕਦੀ। ਕਿਉਂਕਿ ਕੋਈ ਚੀਜ਼ ਪੂਰੀ ਕਰਨ ਦਾ ਮਤਲਬ ਹਾਸਲ ਕਰਨ ਲਈ ਸਾਨੂੰ ਉਹਨੂੰ ਪਹਿਲਾਂ ਡਿਫਾਈਨ ਕਰਨਾ ਪਏਗਾ। तो ਖਾਹਿਸ਼ਾਂ ਦੇ ਤਾਂ ਕੋਈ ਡੈਫੀਨੇਸ਼ਨ ਹੈ ਹੀ ਨਹੀਂ, ਖਾਹਿਸ਼ਾਂ ਦੀ ਕੋਈ ਸੀਮਾ ਹੀ ਨਹੀਂ। तो ਇਸ ਕਰਕੇ ਜਿਹੜਾ ਖਾਹਿਸ਼ਾਂ ਦਾ ਜਿਹੜਾ ਐਂਡ ਰਿਜ਼ਲਟ ਹੈ ਉਹ ਫਰਸਟ੍ਰੇਸ਼ਨ ਨਿਕਲੇਗਾ, ਨਿਰਾਸ਼ਾ ਨਿਕਲੇਗੀ ਕਿ ਕਦੇ ਵੀ ਖਾਹਿਸ਼ਾਂ ਕਿਸੇ ਦੀਆਂ ਵੀ ਖਾਹਿਸ਼ਾਂ ਤਾਂ ਕਦੇ ਵੀ ਨਹੀਂ ਪੂਰੀਆਂ ਹੋਣੀਆਂ। ਤੇ ਉਹਦੇ ਵਿੱਚੋਂ ਜਿਹੜੀ ਹੈ ਉਹ ਫਿਰ ਨਿਰਾਸ਼ਾ, ਭਟਕਣ, ਇਹ ਚੀਜ਼ਾਂ ਜਿਹੜੀਆਂ ਨੇ ਖਾਹਿਸ਼ਾਂ ਉਸ ਵੱਲ ਨੂੰ ਲੈ ਕੇ ਜਾਣਗੀਆਂ ਸਾਨੂੰ। तो ਡਿਜ਼ਾਇਰ ਜਿਹੜੀਆਂ ਨੇ ਸਾਨੂੰ ਵਾਂਡਰਿੰਗ, ਫਰਸਟ੍ਰੇਸ਼ਨ, ਪੈਸਿਮਿਜ਼ਮ ਔਰ ਅਲਟੀਮੇਟਲੀ ਜਿਹੜਾ ਉਹ ਡਿਪਰੈਸ਼ਨ ਵੱਲ ਲੈ ਜਾਣ। तो ਇਹ ਜਿਹੜਾ ਮਨਮਤ ਜਿਹੜੀ ਹੈਗੀ ਆ ਜਾਂ ਮਨਮੁਖ ਹੈ ਉਹਦਾ ਐਂਡ ਇਹੀ ਹੈ। ਗੁਰਬਾਣੀ ਚ ਵੀ ਇਹੀ ਦੱਸਿਆ ਕਿ ਉਸ ਨੂੰ ਅਖੀਰ ਚ ਚੋਟਾਂ ਹੀ ਪੈਣੀਆਂ। ਚੋਟਾਂ ਪਾਉਣ ਤੋਂ ਉਹਨੇ, ਜਿੱਦਾਂ ਆਪਾਂ ਸਿੱਧੀ ਪੰਜਾਬੀ ਚ ਕਹਿੰਦੇ ਕੁੱਟ ਖਾਣੀ ਹੈ, ਕੁੱਟ ਹੀ ਪੈਣੀ।
तो ये कुट किहड़ी पैनी है कि उन्हें अल्टीमेटली इहदा जिहड़ा डिप्रैशन जिहड़ी हैगी है, इहदा फ्रस्ट्रेशन ते वांडरिंग ते इहदा जिहड़ा एंड रिजल्ट फिर डिप्रैशन हैगी है। दूसरे पासे जिहड़ा हैगा गुरमुख जिहड़ा हैगा वो गुरमत ते चलदा है, ते गुरमत जिहड़ी है वो सानू की दसदी है कि सबर, संतोख, संयम अते सहज। हुण ये जिहड़े गुण ने ये बिल्कुल जिहड़ा मन मत है वो सानू डिप्रैशन वाल ले जांदी है, तो जिहड़ी गुरमत हैगी है ये सानू चढ़दी कला वाल ले जांदी है। ये जिहदे विच ये गुण जिहड़े सबर, संयम, सबर, संतोख, संयम अते सहज दे जिहड़े गुण आ गए, तो उसने चढ़दी कला जिन्हों आप अंग्रेजी ऑप्टिमिज्म कह सकते हैं, तो उधर ले जाना है। ते गुरबाणी दे विच जिहड़ी अल्टीमेट जिहड़ी इस जिहड़ी ऑप्टिमिज्म जिहड़ी स्टेज है वो विस्माद, विस्माद अंग्रेजी च आप इहनूं कहंदे वंडरस जॉय, वो स्टेज है। इन्नी खुशी जिहड़ी बयान ही नहीं हो सकती, ये विस्माद की अवस्था हैगी। तो तुसीं देखो कि कितनी पॉजिटिविटी है गुरबाणी दे विच कि सानू मतलब गुरु ग्रंथ साहब या गुरबाणी ते सुनिया दे रही कि मनुख तैनूं दा विस्माद लई भेजिया कि तू इह इन्ना तेरे कोल आनंद तैनूं परमात्मा चाहंदा तू लवें कि जिहदा तू मतलब जिहदी तैनूं सोच वंडरस जिहड़ी मतलब जिहड़ी है विस्माद वो अवस्था जिन्ना तू बयान या सोच भी नहीं सकदा, इस हद दा जिहड़ा तैनूं आनंद जिहड़ा मिलना है। ते अज की हो रहा है कि असीं जिहड़ा हैगा वो गुरमुख बनने के बजाय मनमुख ते मनमुख बन के ते गुरमत के बजाय मनमत ते चल के, तो असीं जिहड़ा हैगा कितना दुखांत है कि जिस परमात्मा ने सानू ये समर्था दी सी कि असीं अपना जीवन विस्मादी अवस्था च बिताईए, तो असीं बिल्कुल उस तो जिहड़ा हैगा उल्ट जिहड़ा हैगा वो असीं जिहड़ा हैगा बहुत सारे लोग जे असीं अज देखदे हां तो वो डिप्रैशन दे शिकार। हुण मैं एक मतलब जिस अपने चेयरमैन साहब ने दस्सिया कि मैं मैडिकल डॉक्टर भी हाँ, तो मैं ये देखिया हैगा कि किन्ने क जिहड़ा साडे जिहड़े मतलब लोग जिहड़े ने, क्योंकि एक फर्क ये हुंदा हैगा कि अक्सर तुसीं देखो कि लोग जिहड़े ने जदों दूसरिਆਂ ਨਾਲ गल करते हैं तो वो हमेशा दसणगे जी असीं साडी एडी असीं आ मल्लां मार लिया, ये साडे इन्नी प्राप्ति है। लेकिन जदों डॉक्टरां कोल जांदे ने तो फिर वो मतलब रोना रोंदे ने अपना कि मैनूं आ तकलीफ, डॉक्टर कोल बंदा तकलीफ दस्सण जांदा है, तो इस करके दूजियां कोल तां फड़ा मारदा है ते डॉक्टर दे कोल दसदा भी मैं तां मैनूं तकलीफ, मैनूं आ दुख है, मैनूं मेरी हैल्प करो मेरे किसी तरह। तो कहने का भाव है कि जिहड़ी गुरबाणी का जिहड़ा प्रमाण है कि जिहड़ी मनमुख जिहड़े ने वो चोटां खांदे ने ते फिर वो मतलब ओहदा मतलब यही है कि वो डिप्रैशन च उन्हां दा एंड रिजल्ट निराशा और फ्रस्ट्रेशन है। तो ये कितनी प्रमाणित चीज़ है कि मैं अपने अपने जीवन दे विच हंडाया। और असीं अज दे पंजाबी जिहड़े लोग है, हुण तो कि जिन्ना बंदा दिखिया असीं कि जिन्ने लोग जिहड़े खाशामद दा पाथवे वाल ज़्यादा जाणगे, तो गुरबाणी का जिहड़ा सानू जिहड़ा है कि मन नूं साधण दा जिहड़ा है, मन नूं कंट्रोल करके ते जिहड़ा उस नूं मन नूं जागृत करन दा संकल्प है, उहदे नाल असीं जिहड़ा हैगा अपना अपनियां नीड्स ने जिहड़े आपां जिहड़ियां अपनियां लोड़ां ने वो डिफाइन कर सकदे हां। और लोड़ां दे नाल जिहड़ा है जदों असीं लोड़ां डिफाइन करांगे तो असीं जिहड़ी साडा जीवन जिहड़ा है वो कुदरत दे नाल एक सुरता वाला हो जाएगा। असीं जिहड़ा हैगा हारमोनी विद नेचर जिहड़ा है। तो जिहड़ी ये जागृत मन की जिहड़ी अवस्था हैगी वो सानू उस स्टेज दे विच ले जांदी है जिथे असीं कुदरत दे नाल असीं जिहड़ा है हारमोनी दे विच जी रहे। तो उत्थों ही आनंद पैदा हुंदा है, उत्थों ही जिहड़ा यही है कि अल्टीमेटली फैसला किस तरह होना है कि तुसीं आनंदमयी जीवन जिहड़ा बतीत कर रहे हो कि तुसीं जिहड़ा हैगा डिप्रैशन दे और दुख झेड़ रहे हो या दुख बतीत कर। इहदा फैसला ये होना है कि तुसीं कुदरत दे नाल जिहड़ा हैगा हारमोनी विच जी रहे हो कि कुदरत नाल टकरा दी अवस्था जी। तो जिस जिहड़ा मन जिहड़ा है जागृत मन है, जिहड़ा अवेकनड माइंड है, वो तुहानू कुदरत दे नाल हारमोनी दी अवस्था विच लै जाए। हारमोनी विद नेचर क्यों कि कुदरत दे नाल हारमोनी
ਜਿਹੜੀ ਹੈ ਕੁਦਰਤ ਦੇ ਨਾਲ ਇੱਕ ਸੁਰਤਾ ਜਿਹੜੀ ਹੈ ਉਹ ਉਦੋਂ ਹੀ ਹੁੰਦੀ ਹੈ ਜਦੋਂ ਬੰਦਾ ਆਪਣੀਆਂ ਲੋੜਾਂ ਦੇ ਅਨੁਸਾਰ ਜੀ ਰਿਹਾ ਹੈ, ਨੀਡਸ ਦੇ ਨਾਲ। ਤੇ ਜਿਹੜਾ ਗੁਰਮੁਖ ਹੈ, ਜਿਹੜਾ ਗੁਰਮਤ ਦੇ ਵਿੱਚ ਹੈ, ਜਿਹੜਾ ਜਾਗਰਤ ਮਨ ਹੈ, ਅਵੇਕਨ ਮਾਈਂਡ ਹੈ, ਉਹ ਆਪਣੀਆਂ ਲੋੜਾਂ ਡਿਫਾਈਨ ਕਰ ਸਕਦਾ ਹੈ ਔਰ ਉਹ ਲੋੜਾਂ ਦੇ ਅਨੁਸਾਰ ਹੀ ਜੀਂਦਾ ਹੈਗਾ, ਤੇ ਉਹਦਾ ਜਿਹੜਾ ਜੀਵਨ ਹੈ ਉਹ ਹਾਰਮਨੀ ਵਿਦ ਨੇਚਰ ਹੈ। ਦੂਸਰੇ ਪਾਸੇ ਜਿਹੜਾ ਮਨਮੁਖ ਹੈ, ਜਿਹੜਾ ਮਨਮਤ ਅਨੁਸਾਰ ਜੀ ਰਿਹਾ ਹੈਗਾ, ਉਸ ਨੇ ਖਾਸ਼ਾਂ ਦੇ ਅਨੁਸਾਰ ਜੀਣਾ ਹੈਗਾ, ਡਿਜ਼ਾਇਰ ਪਾਥਵੇ। ਹੁਣ ਬੇਸ਼ੱਕ ਜਿਹੜਾ ਬੁੱਧ ਨੇ ਵੀ ਜਿਹੜਾ 2500 ਸਾਲ ਪਹਿਲਾਂ ਇਹ ਕਹਿ ਦਿੱਤਾ ਸੀ ਵੀ ਦੁੱਖਾਂ ਦਾ ਜਿਹੜਾ ਕਾਰਨ ਹੈ ਉਹ ਡਿਜ਼ਾਇਰਸ ਨੇ, ਮਤਲਬ ਡਿਜ਼ਾਇਰ ਪਾਥਵੇ ਦਾ ਐਂਡ ਦੁੱਖ ਹੀ ਨਿਕਲਦਾ ਹੈ, ਇਹ ਬੁੱਧ ਨੇ। ਲੇਕਿਨ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਜਿਹੜੇ ਕਨਸੈਪਟ ਨੇ, ਬੇਸ਼ੱਕ ਪਹਿਲਾਂ ਬੁੱਧ ਦਾ ਵੀ ਸੀ, ਲੇਕਿਨ ਜਿਸ ਸਪਸ਼ਟਤਾ ਦੇ ਨਾਲ ਸਾਨੂੰ ਗੁਰਬਾਣੀ, ਸਾਨੂੰ ਜਿਹੜਾ ਇਹ ਗਿਆਨ ਸਾਨੂੰ ਮਿਲਦਾ ਹੈ, ਜਿਹੜਾ ਚਾਨਣ ਗੁਰਬਾਣੀ ਦਾ, ਉਹ ਆਪਣੇ ਆਪ ਦੇ ਵਿੱਚ ਇਸ ਪੱਧਰ ਦੀ ਜਿਹੜੀ ਕਲੈਰਿਟੀ ਹੈ, ਸਪਸ਼ਟਤਾ ਹੈ, ਉਹ ਸਾਨੂੰ ਹੋਰ ਕਿਸੇ ਫਲਸਫੇ 'ਚ ਨਹੀਂ ਮਿਲਦੀ। ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਬਿਲਕੁਲ ਜਿਹੜਾ ਕੀ ਸਹੀ ਹੈ ਔਰ ਕੀ ਗਲਤ ਹੈ ਉਹਦਾ ਨਿਖੇੜਾ ਜਿਹੜਾ ਬਹੁਤ ਸਿੰਪਲ ਜਿਹੜਾ ਕੀਤਾ, ਔਰ ਜਪਜੀ ਸਾਹਿਬ ਦੇ ਵਿੱਚ ਕਰਤਾ ਸੀਗਾ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਜਿਹੜਾ ਨੇਚਰ ਦੇ ਨਾਲ, ਕੁਦਰਤ ਦੇ ਨਾਲ ਜਿਹੜਾ ਹੁਕਮ ਹੈ, ਕੁਦਰਤ ਦਾ ਕਾਨੂੰਨ, ਕੁਦਰਤ ਦੇ ਨਿਯਮ ਹੈ, ਕੁਦਰਤ ਦਾ ਕਾਨੂੰਨ, ਜਿਹੜਾ ਬੰਦਾ ਉਹਨਾਂ ਅਨੁਸਾਰ ਜੀ ਰਿਹਾ ਹੈਗਾ, ਉਹ ਸਹੀ ਉਹਦਾ ਜਿਹੜਾ ਢੰਗ ਹੈ, ਜੀਵਨ ਢੰਗ। ਤੋਂ ਅੱਗੇ ਜਾ ਕੇ ਫਿਰ ਜਪਜੀ ਸਾਹਿਬ 'ਚ ਆਉਂਦਾ ਹੈਗਾ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਤੋਂ ਇਹ ਜਿਹੜਾ ਨਖੇੜਾ ਹੈ ਗੁਰਬਾਣੀ ਦੇ ਵਿੱਚ ਜਿਹੜਾ ਹੈ ਕਿ ਅਸਲੀ ਜਿਹੜਾ ਸਹੀ ਢੰਗ ਕਿਹੜਾ ਹੈ, ਗਲਤ ਢੰਗ ਕਿਹੜਾ ਹੈ, ਇੰਨੀ ਸਪਸ਼ਟਤਾ ਕਿ ਸਹੀ ਕੀ ਹੈ, ਗਲਤ ਕੀ ਹੈ, ਦੁਨੀਆ ਦੇ ਕਿਸੇ ਹੋਰ ਫਲਸਫੇ 'ਚ ਮੈਨੂੰ ਨਹੀਂ ਦਿਸਦੀ ਜਿੰਨੀ ਗੁਰਬਾਣੀ ਨੇ ਸਾਨੂੰ ਦੱਸਿਆ ਵੀ ਇਹ। ਤੋਂ ਇਹ ਹੈ ਕਿ ਹੁਕਮ ਔਰ ਹਉਮੈ। ਹੁਣ ਜਿਹੜਾ ਹੁਕਮ ਹੈ ਇਹ ਸਹੀ ਢੰਗ ਹੈ, ਹਉਮੈ ਜਿਹੜਾ ਹੈਗਾ ਉਹ ਗਲਤ ਢੰਗ ਹੈ। ਲੇਕਿਨ ਹੁਕਮ ਕਿਹੜਾ ਮਨ ਮੰਨੇਗਾ ਔਰ ਹਉਮੈ 'ਚ ਕਿਹੜਾ ਮਨ ਜਾਏਗਾ, ਇਹ ਮਨ ਦਾ ਫੈਸਲਾ ਹੈ। ਇੱਥੇ ਹੀ ਮਨ ਜਿਹੜਾ ਹੈਗਾ, ਜਿਹੜਾ ਮਨ ਇਨ ਮਨ ਜਿਹੜਾ ਹੈ, ਜਿਹੜਾ ਮਨ ਝਮੇਲਿਆਂ 'ਚ ਫਸਿਆ ਹੋਇਆ ਹੈ, ਦੁਨੀਆ ਦੇ ਸੰਸਾਰਿਕ ਮਨ ਹੈ, ਉਹ ਹੁਕਮ ਨਹੀਂ ਮੰਨੇਗਾ, ਉਹ ਹਉਮੈ ਵੱਲ ਨੂੰ ਜਾਏਗਾ। ਔਰ ਜਿਹੜਾ ਮਨ ਚੇਤਨ ਹੋ ਗਿਆ, ਜਿਹੜਾ ਮਨ ਜਿਹੜਾ ਜਾਗਰਤ ਹੋ ਗਿਆ, ਜਿਹੜਾ ਉਨਮਨ ਚਲਾ ਗਿਆ, ਉਹ ਜਿਹੜਾ ਮਨ ਹੈ ਉਹ ਹੁਕਮ ਵੱਲ ਜਾਏਗਾ, ਉਹ ਹਉਮੈ ਵੱਲ ਨਹੀਂ ਜਾਏਗਾ। ਔਰ ਹੁਕਮ ਦੇ ਨਾਲ ਜਾਣ ਦੇ ਨਾਲ ਜਿਹੜਾ ਹੈ ਉਹ ਸਹੀ ਰਸਤੇ ਤੇ ਤੁਹਾਨੂੰ ਲਿਜਾਏਗਾ। ਤਾਂ ਜ਼ਾਹਰ ਹੈ ਕਿ ਉਹ ਜਿਹੜਾ ਤੁਹਾਨੂੰ ਕੁਦਰਤ ਦੇ ਨਾਲ ਹਾਰਮਨੀ ਦੇ ਵਿੱਚ, ਕੁਦਰਤ ਦੇ ਨਾਲ ਇੱਕ ਸੁਰਤਾ 'ਚ ਲਿਜਾਏਗਾ। ਔਰ ਇਹ ਜਿਹੜਾ ਹੈਗਾ ਮਨ ਦੀ ਹੀ ਅਵਸਥਾ ਹੈ। ਆਖਰ ਜਿਹੜਾ ਇਹ ਫੈਸਲਾ ਕਿ ਤੁਸੀਂ ਜਿਹੜਾ ਹੁਕਮ ਅਨੁਸਾਰ ਜੀਣਾ ਹੈ ਕਿ ਹਉਮੈ ਦੇ ਵਿੱਚ ਜੀਣਾ ਹੈ, ਤੁਸੀਂ ਕੁਦਰਤ ਦੇ ਨਾਲ ਜਿਹੜਾ ਹੈ ਹਾਰਮਨੀ ਦੇ ਨਾਲ ਜੀਣਾ ਹੈ ਕਿ ਕੁਦਰਤ ਨਾਲ ਟਕਰਾਅ ਦਾ ਰਸਤਾ ਅਪਣਾਉਣਾ ਹੈ। ਤਾਂ ਇਹ ਫੈਸਲਾ ਕਿਹਨੇ ਕਰਨਾ ਹੈ? ਇਹ ਤੁਹਾਡੇ ਮਨ ਨੇ ਕਰਨਾ ਹੈ। ਤਾਂ ਇਸ ਲਈ ਜਿਹੜਾ ਮਨ ਹੀ, ਗੁਰਬਾਣੀ ਜਿਹੜੀ ਹੈ ਸਾਰਾ ਕੁਝ ਸਾਨੂੰ ਦੱਸਦੀ ਹੈ ਕਿ ਅਸਲ ਦੇ ਵਿੱਚ ਜਿਹੜਾ ਇਹ ਤੁਹਾਡਾ ਮਨ ਹੀ ਹੈ, ਜਿਹੜਾ ਉਹੀ ਸਭ ਕੁਝ ਜਿਹੜਾ ਕੇਂਦਰੀ ਧੁਰਾ ਹੈ, ਜਿਹਨੇ ਸਾਰਾ ਜਿਹੜਾ ਸਹੀ ਤੁਹਾਡਾ ਜੀਵਨ ਢੰਗ ਔਰ ਗਲਤ ਜੀਵਨ ਢੰਗ ਹੈ, ਸਹੀ ਪਹੁੰਚ ਔਰ ਗਲਤ ਪਹੁੰਚ, ਇਹ ਸਾਰਾ ਜਿਹੜਾ ਨਖੇੜਾ ਕਰਨਾ ਹੈ, ਇਹ ਸਾਰੇ ਜਿਹੜੇ ਫੈਸਲੇ ਕਰਨੇ ਆ, ਇਹ ਸਾਰੇ ਜਿਹੜੇ ਹੈ ਇਹ ਮਨ ਨੇ ਹੀ ਕਰਨੇ ਆ। ਤਾਂ ਇਸ ਕਰਕੇ ਜਿਹੜਾ ਮਨ ਦਾ ਜਿਹੜਾ ਸੰਕਲਪ ਹੈ, ਅਸੀਂ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਕਿ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਕਿ ਜਿੰਨਾ ਜਿਹੜੀ ਭਟਕਣ ਦੇ ਵਿੱਚ ਔਰ ਜਿਹੜਾ ਕੰਜ਼ਿਊਮਰ ਜਿਹੜੀ ਕਲਚਰ ਹੈ, ਜੋ ਅੱਜ ਅਸੀਂ ਜਿਹੜਾ ਡਿਜ਼ਾਇਰ ਪਾਥਵੇ ਜੀ ਰਹੇ ਹਾਂ, ਤਾਂ ਬਹੁਤ ਜਿਹੜਾ ਮੈਂ ਦੁੱਖ ਨਾਲ ਕਹਾਂਗਾ ਕਿ ਅਸੀਂ ਪੰਜਾਬੀ ਲੋਕ ਜਿਹੜੇ ਜਾਂ ਸਿੱਖ ਹਾਂ ਅਸੀਂ ਜਿਹੜੇ, ਜਿਨ੍ਹਾਂ ਕੋਲ ਇੰਨਾ ਵੱਡਾ ਫਲਸਫਾ ਜਿਹੜਾ ਪਿਆ ਹੈ, ਇੰਨੀ ਸਪਸ਼ਟਤਾ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਸਹੀ ਢੰਗ ਕੀ ਹੈ, ਗਲਤ ਕੀ ਹੈ। ਔਰ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਹੈ ਕੰਜ਼ਿਊਮਰਿਜ਼ਮ ਦਾ ਸ਼ਿਕਾਰ ਹੋਏ ਹਾਂ। ਅਸੀਂ ਜਿਹੜਾ ਹੈਗਾ ਡਿਜ਼ਾਇਰ ਪਾਥਵੇ 'ਚ ਜੀ ਰਹੇ ਹਾਂ, ਜਿਹੜਾ ਗੁਰੂ ਦੇ ਦੱਸੇ ਮਾਰਗ ਤੋਂ ਅਸੀਂ ਜਿਹੜਾ ਬਿਲਕੁਲ ਉਲਟ ਜਿਹੜਾ, ਇਹ ਬਹੁਤ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ, ਪਰ ਇਹ ਮੇਰਾ ਜਿਹੜਾ ਤਜਰਬਾ ਹੈ, ਮੈਂ ਸਾਰੀ ਮਤਲਬ ਬਹੁਤ ਸਾਰੀ ਦੁਨੀਆ ਘੁੰਮ ਕੇ ਦੇਖੀ ਹੈ, ਤਾਂ ਮੈਂ ਆਪਣੇ ਨਿੱਜੀ ਤਜਰਬੇ 'ਚੋਂ ਕਹਿ ਰਿਹਾ ਕਿ ਜਿਸ ਸ਼ਿੱਦਤ ਦੇ ਨਾਲ ਪੰਜਾਬੀਆਂ ਔਰ ਸਿੱਖਾਂ ਨੇ ਜਿਹੜਾ ਹੈਗਾ
ਕੰਜ਼ਿਊਮਰ ਕਲਚਰ ਨੂੰ ਜਿਹੜਾ ਹੈ ਅਪਣਾਇਆ ਹੈ, ਇੰਨਾ ਮੈਂ ਹੋਰ ਕੋਈ ਦੇਖਿਆ ਹੀ ਨਹੀਂ। ਤੇ ਕਿੰਨਾ ਮਤਲਬ ਇੱਕ ਦੁਖਾਂਤ ਹੈ ਕਿ ਅਸੀਂ ਉਹ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਭ ਤੋਂ ਜ਼ਿਆਦਾ ਸਪਸ਼ਟ ਜਿਹੜਾ ਕੀਤਾ ਕਿ ਆਹ ਸਹੀ ਆ, ਆਹ ਗਲਤ ਹੈ, ਇੰਨਾ ਵਧੀਆ ਸਾਨੂੰ ਜੀਵਨ ਦਾ ਜਿਹੜਾ ਢੰਗ ਦੱਸਿਆ, ਵੇ ਆਫ ਲਾਈਫ, ਇੰਨਾ ਵਧੀਆ ਜਿਹੜਾ, ਤੇ ਅਸੀਂ ਉਹ ਜਿਹੜੇ ਹੈ ਅਸੀਂ ਉਸ ਤੋਂ ਪੂਰੀ ਤਰ੍ਹਾਂ ਉਲਟ ਦਿਸ਼ਾ ਚੱਲ ਰਹੇ ਹਾਂ। ਤੇ ਇਹ ਜਿਹੜਾ ਹੈ, ਮਾਫ ਕਰਨਾ, ਮੈਂ ਥੋੜਾ ਭਾਵਕ ਵੀ ਹੋ ਜਾਂਦਾ ਜਦੋਂ ਮੈਨੂੰ ਇਹ ਕਹਿਣਾ ਪੈਂਦਾ, ਜਦੋਂ ਮੈਂ ਦੇਖਦਾ ਕਿ ਗੁਰੂ ਸਾਹਿਬ ਨੇ ਸਾਨੂੰ ਇੰਨਾ ਜਿਹੜਾ ਵਧੀਆ ਫਲਸਫਾ ਦਿੱਤਾ, ਔਰ ਉਹਦੇ ਵਿੱਚ ਕੇਂਦਰੀ ਜਿਹੜਾ ਸਮਝਣ ਵਾਲੀ ਗੱਲ ਹੈ, ਮਨ ਦੀ ਗੱਲ ਸਮਝਣ ਵਾਲੀ ਹੈ। ਜੇ ਸਾਨੂੰ ਤੋਂ ਅਸੀਂ ਸਿੱਖ, ਉਹ ਹੈ ਬੰਦਾ ਜਿਹੜਾ ਮੇਰੇ ਹਿਸਾਬ ਨਾਲ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ। ਤਾਂ ਗੁਰੂ ਦੀ ਜੇ ਅਗਰ ਸਿੱਖਿਆ ਤੇ ਚੱਲਣਾ ਹੈ ਤੇ ਫਿਰ ਜਿਹੜਾ ਹੈ, ਜੋ ਸਾਨੂੰ ਗੁਰਬਾਣੀ ਦੇ ਵਿੱਚ ਆ, ਜੋ ਮੈਂ ਤੁਹਾਡੇ ਨਾਲ ਮਨ ਦਾ ਜਿਹੜਾ ਸੰਕਲਪ ਜਿਹੜਾ ਸਾਂਝਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਤਾਂ ਉਹਦਾ ਆਪਾਂ ਜੇ ਉਸ ਤੇ ਚੱਲੀਏ, ਔਰ ਅਸੀਂ ਜਿਹੜਾ ਹੈ ਗੁਰਬਾਣੀ, ਮੈਂ ਕਹਿੰਦਾ ਹੁੰਦਾ ਕਿ ਜਿਹੜਾ ਹੈ, ਜੇ ਮੈਨੂੰ ਕੋਈ ਪੁੱਛਦਾ ਨਾ ਕਿ ਇੱਕ ਸੈਂਟੈਂਸ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕੀ ਸੁਣਿਆ ਹੈ, ਤੇ ਉਹ ਹੁਣ ਮੇਰੀ ਛੋਟੀ ਜਿਹੀ ਸਮਝ ਇਹ ਹੈ ਕਿ ਮਨਮੁਖ ਤੋਂ ਗੁਰਮੁਖ ਬਣਾਉਣਾ ਜਿਹੜਾ ਹੈ, ਇਹ ਕੇਂਦਰੀ ਮਤਲਬ ਜਿਹੜਾ ਸੁਣਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਛੋਟਾ ਮੂੰਹ ਵੱਡੀ ਗੱਲ ਸ਼ਾਇਦ ਮੈਂ ਕਹਿ ਰਿਹਾ, ਪਰ ਮੈਂ ਤਾਂ ਆਪਣੀ ਜਿਹੜੀ ਮੇਰੀ ਸਮਝ ਹੈ ਮੈਂ ਤਾਂ ਉਹਦੀ ਗੱਲ ਕਰ ਰਿਹਾ। ਤਾਂ ਮੈਂ ਕਹਿੰਦਾ ਕਿ ਇਹ ਕੇਂਦਰੀ, ਤਾਂ ਇਸ ਕਰਕੇ ਅਸੀਂ ਜਿਹੜਾ ਹੈ ਮਨਮੁਖ ਤੋਂ ਗੁਰਮੁਖ ਬਣਨਾ ਜਿਹੜਾ ਹੈਗਾ, ਉਹ ਤਾਂ ਹੀ ਬਣਾਂਗੇ ਜੇ ਅਸੀਂ ਆਪਣੇ ਮਨ ਨੂੰ ਸਾਧਾਂਗੇ, ਮਨ ਨੂੰ ਕੰਟਰੋਲ ਕਰਾਂਗੇ, ਔਰ ਮਨ ਨੂੰ ਜਿਹੜਾ ਹੈਗਾ ਜਾਗਰਤ ਕਰਾਂਗੇ, ਔਰ ਮਨ ਨੂੰ ਜਿਹੜਾ ਹੈਗਾ ਇਨ ਮਨ ਤੋਂ ਉਨ ਮਨ ਜਿਹੜੀ ਅਵਸਥਾ ਦੇ ਵਿੱਚ ਲਿਜਾਣ ਦਾ ਯਤਨ ਕਰਾਂਗੇ। ਔਰ ਉਹ ਜਿਹੜਾ ਰਸਤਾ ਜਿਹੜਾ ਹੈ, ਉਹ ਵੀ ਮੈਂ ਆਪ ਜੀ ਨਾਲ ਸਾਂਝਾ ਕੀਤਾ ਕਿ ਉਹ ਗੁਰਬਾਣੀ ਨੇ ਜਿਹੜਾ ਕਲਟੀਵੇਸ਼ਨਲ ਸਪਿਰਿਚੁਅਲਿਟੀ ਦਾ ਰਾਹ ਦੱਸਿਆ ਕਿ ਸਾਨੂੰ ਆਪ ਆਪਣੀ ਜਿਹੜੀ ਰੂਹਾਨੀਅਤ ਵਿਕਸਿਤ ਕਰਨੀ ਪਏਗੀ, ਔਰ ਉਹਦਾ ਜਿਹੜਾ ਕੇਂਦਰੀ ਰੂਹਾਨੀਅਤ ਵਿਕਸਿਤ ਕਰਨ ਦਾ ਮਨ ਨੂੰ ਜਿਹੜਾ ਸਾਧਨਾ, ਮਨ ਨੂੰ ਕੰਟਰੋਲ ਕਰਨਾ। ਤਾਂ ਇੰਨੇ ਕੁ ਜਿਹੜੇ ਹੈ ਮੈਂ ਆਪ ਜੀ ਨਾਲ ਜਿਹੜਾ ਹੈ ਇਹ ਮਨ ਬਾਰੇ ਜਿਹੜਾ ਮੇਰੇ ਜਿਹੜੇ ਗੁਰਬਾਣੀ ਤੋਂ ਜੋ ਮੈਨੂੰ ਸਮਝ ਆਈ ਹੈ, ਉਹ ਆਪ ਜੀ ਨਾਲ ਮੈਂ ਜਿਹੜਾ ਅੱਜ ਸਾਂਝਾ ਕਰਨ ਦਾ ਯਤਨ ਕੀਤਾ ਹੈ। तो आप जी का बहुत बहुत धन्यवाद। वाहिगुरू जी का खालसा, वाहिगुरू जी की फतेह। बहुत बहुत धन्यवाद डॉक्टर साहब, ਤੁਸੀਂ ਬਹੁਤ ਹੀ ਫਿਲਾਸਫੀਕਲ ਤਰੀਕੇ ਨਾਲ, ਬੜੇ ਗਹਿਰੇ ਤਰੀਕੇ ਨਾਲ ਜਿਹੜੀ ਇਹ ਸਬਜੈਕਟਿਵ ਵਿਸ਼ਾ ਹੀ ਇਹ ਬੜਾ ਸਮਝਣ ਵਾਲਾ ਹੈ। ਔਰ ਬਾਣੀ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਮਨ ਨੂੰ ਡਿਸਪਲਿਨ ਕਰਨ ਲਈ ਸਾਨੂੰ ਜਿਹੜਾ ਹੈ ਉਹ बड़े बड़े इंस्टेंसेस मिलते ने। सास सास आराध हर हर ले जाए मन की चिंत, की आराधना परमात्मा दा नाम। तो मन दी जदों तुसी गल कीती है, एक हुणे तुसी एक गल कीती अचेत मन ते सुचेत मन दी, जिन्हों मैं इन मन ते उन मन किया। और वाकई जदों असी कोई फैसला करते हैं कि कोई काम करना है, उस वेले साडा मन होर हुंदा है, पर जदों उस कीते फैसले ते अमल करन दा समां आंदा है, उस वेले कोई होर मन हो जाता है। अपने ही कीते फैसले असीं आप ही रद्द कर दिंदे हां। इहदा मतलब यह होया कि एक जज दे कीते फैसले नूं रद्द करन वाला जिहड़ा कोई दूसरा है, वो कोई बड़ा वड्डा जज है, उस तो भी वड्डा जज है। तो इस तो सिद्ध हुंदा है कि फैसला करन वाले मन तो फैसला रद्द करन वाला मन जिहड़ा है वो ਵੱਡਾ ਹੈ, ਉਹ ਸ਼ਕਤੀਸ਼ਾਲੀ ਹੈ। ਤੇ ਜ਼ਰੂਰਤ ਹੈ ਜਿਹੜਾ ਅਚੇਤ ਤੇ ਸੁਚੇਤ ਮਨ, ਦੋਵਾਂ ਮਨਾਂ ਨੂੰ ਇਕੱਠਾ ਕਰਕੇ ਫਿਰ ਫੈਸਲਾ ਲੈਣ ਦੀ। ਆਮ ਤੌਰ ਤੇ ਬੜੀ ਖੂਬਸੂਰਤ ਇੱਕ ਫਿਰ ਮੈਨੂੰ ਸ਼ਬਦ ਸਾਹਮਣੇ ਆ ਗਿਆ, ਮਨ ਮੈਲੇ ਸਭ ਕੁਛ ਮੈਲਾ। ਮਨ ਅੱਛਾ ਨਾ ਹੋਏ ਕਿ ਮਨੁੱਖੀ ਸੁਭਾਅ ਮੈਲ ਨੂੰ ਅਤੇ ਮਲ ਨੂੰ ਪਸੰਦ ਨਹੀਂ ਕਰਦਾ। ਕੱਪੜਿਆਂ ਤੇ ਸਰੀਰ ਤੇ ਥੋੜੀ ਜਿਹੀ ਮੈਲ ਲੱਗ ਜਾਂਦੀ ਹੈ, ਮਨੁੱਖ ਫੌਰਨ ਯਤਨ ਕਰਦਾ ਕਿ ਇਸ ਨੂੰ ਫਟਾਫਟ ਧੋ ਲਵੇ। ਪਰੰਤੂ ਇੱਕ ਗੱਲ ਨਹੀਂ ਹੈ ਸਮਝਣ ਵਾਲੀ ਜਿਹੜੀ ਹੈ, ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਕਿ ਮਨੁੱਖ ਦੇ ਅੰਦਰ ਦੀ ਮੈਲ ਜਦੋਂ ਭਾਵ ਮਨ ਦੀ ਮੈਲ ਦੀ ਗੱਲ ਹੋਵੇ, ਫਿਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਮਨ ਦੀ ਮੈਲ ਨੂੰ ਦੂਰ ਕਰਨ ਦੀ ਸਾਨੂੰ ਚਿੰਤਾ ਕਿਉਂ ਨਹੀਂ ਹੁੰਦੀ? ਜਪਜੀ ਸਾਹਿਬ ਵਿੱਚ ਵੀ ਇਹ ਗੱਲ ਵਾਰ-ਵਾਰ ਆਉਂਦੀ ਹੈ कि मूत पलीती कपड़ होए दे साबन लियो धोए भरिए मत पापा के संग ओ धोपे नामे के रंग। भाई नाम दे नाल जेड़ा नाम है परमात्मा दा जेड़ा सिमरन है ओदे नाल धोपिया जाना। हुण मन मैला दी निशानियां की ने? आम तौर ते बच्चे पुछदे ने
ਤੇ ਜਦੋਂ ਅਸੀਂ ਬੇਵਜ੍ਹਾ ਖਪਦੇ ਆਂ, ਅਸ਼ਾਂਤ ਹੁੰਦੇ ਆਂ, ਕ੍ਰੋਧਿਤ ਹੁੰਦੇ ਆਂ, ਠੱਗੀਆਂ ਕਰਦੇ ਆਂ, ਝੂਠ ਬੋਲਦੇ ਆਂ, ਇਹਦਾ ਮਤਲਬ ਹੈ ਕਿ ਸਾਡਾ ਮਨ ਮੈਲਾ ਹੈ। ਔਰ ਇਸੇ ਲਈ ਤੁਸੀਂ ਵੀ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਨ ਸੋਇਆ ਮਾਇਆ ਬਿਸਮਾਤ, ਜਿਹਦਾ ਮਨ ਸੋਇਆ ਉਹਦੇ ਪਾਸੇ ਹਰ ਪਾਸੇ ਮਾਇਆ ਹੀ ਮਾਇਆ। ਔਰ ਮਾਇਆ ਕੀ ਹੈ? ਲੋਭ, ਲਾਲਚ, ਝੂਠ। तो ਜਦੋਂ ਮਨੁੱਖ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ, ਉਸ ਦੀ ਭਟਕਣ ਮੁੱਕ ਜਾਂਦੀ ਹੈ। ਮਨ ਮਾਰੇ ਘਾਤ ਮਰ ਜਾਏ, ਜਾਂ ਮਨ ਮਰੇ दारू ਜਾਣੇ ਕੋਏ। ਵਿਰਲਾ ਹੀ ਮਨੂੰ ਇਹਨੂੰ ਕੋਈ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ। ਤੇ ਉਹਦੀ ਦਵਾਈ ਕਿਹੜੀ ਹੈ? ਫਿਰ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਕਿ ਮਨ ਦਾ ਜਿਹੜਾ ਮੈਲਾ ਮਨ ਹੈ, ਜਿਹੜਾ ਅਚੇਤ ਮਨ ਹੈ, ਉਹ ਸ਼ਬਦ ਨਾਲ ਡਿਸਪਲਿਨ ਹੋਣਾ ਹੈ। ਮਨ ਸ਼ਬਦ ਨਾਲ, ਬਾਣੀ ਨਾਲ, ਪਰਮਾਤਮਾ ਦੇ ਨਾਮ ਨਾਲ ਡਿਸਪਲਿਨ ਹੋਣਾ ਹੈ। ਇਹ ਗੱਲ ਜਿਹੜੀ ਹੈ, ਇਹ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਾਰ-ਵਾਰ ਸਮਝਾਈ। ਗੁਰੂ ਗ੍ਰੰਥ ਸਾਹਿਬ ਸਾਨੂੰ ਵਾਰ-ਵਾਰ ਸਮਝਾਉਂਦੇ ਨੇ। ਤਿੰਨ ਪਰਦੇ ਨੇ ਮਨ ਦੇ। ਇੱਕ ਪਿੰਡੀ ਮਨ ਹੈ ਜਿਹੜਾ ਸਿਰਫ ਸਰੀਰ ਦੀ ਸੋਚਦਾ ਹੈ, ਇੱਕ ਅੰਡੀ ਮਨ ਹੈ ਜਿਹੜਾ ਆਤਮਕ ਹੈ। ਹੁਣ ਇੱਕ ਮਨ ਹੋਰ ਹੈ, ਉਹ ਹੈ ਬ੍ਰਹਮੰਡੀ ਮਨ। ਜਦੋਂ ਇਹ ਦਿਸਿਆ ਦਿਸਣਾ ਹੈ, ਜਦੋਂ परमात्मा तक तुहाडा दिमाग चला जाए, ये जिहड़ी रूहानियत की इंतहा जिहड़ी हो जाए, जिन्हों सचखंड की अवस्था भी कही है, वो ब्रह्मंडी मन है। तो इस तरह जिहड़ी जिहड़ा मन का साडा अज दा विषय है, ये विषय बहुत जरूरी है समझण दा। ये मन शक्ति, ये मन सियो, ये मन एक ताकत है। ये मन पंच तत्व को जियो, ये मन लै जाओ उन्मन रहे, तो तन लोक की बातां कहे। तो गुरु ग्रंथ साहब दे विच तां सानू मन एक होर बड़ी मन खूबसूरत तुहाडे नाल गल करदे करदे आ गया कि जिहदा मन ठीक है उहदा तन भी ठीक रहेगा। पता है तुहानू कि सब तो पहले बीमारी साडे मन विच आंदी है, फिर शरीर ते जाती है। कर इस्नान सिमर प्रभ अपना, अगे की है? मन तन भय रोगा। तन तो पहले मन क्या है? जदों अंदर परमात्मा दा उस अकाल पुरख दा एहसास आ जाएगा, तो फिर मन ते तन दोनों तुहाडे अरोग रहणगे। इस लई मन नूं जिहड़ी है ना, वो मन दे उत्ते इतना जोर दिता गया है। मनुख दी साइकी है कि उसकी आर्थिक स्थिति चंगी होवे, पर आर्थिक स्थिति दे नाल नाल मानसिक स्थिति भी चंगी होनी चाहिए है। ये जिहड़ी पिछे माया दे पिछे भज्जे होए आ सी, अंदर सहसा बाहर माया, अंदर साडे भरम ने, इल्यूजन ने, बाहर जिहड़ी है साडी सोच माया वाल है। नैनी लागस बाणी, मेरे नैना दे विच तीर दी तरह चुभ रही है कि ओही चीज जिहड़ी दसे। हुण कोई मैं पढ़ रहा सी किथे सोफा सैट, डिनर सैट, टीवी सैट, मेकअप सैट, सारे सैट साडे कोल होने चाहिए ने, दुनिया दे सुख होने चाहिए ने, पर एक सैट जिहड़ा बहुत अहम है, वो है माइंड सैट, जिस तो बिना मनुख सैट हो ही नहीं सकता। इसलिए ये बड़ा लाजमी है कि असी मन नूं किस तरह डिसिप्लिन करने। मन मारे जीवत मर जान, कि whosoever disciplines his mind will come to know the secret of life in this life। तो ये अज दा विषय, मैं समझदा कि इस विषय नाल संबंधित कोई प्रश्न होवे ते 2-4 मिनट गल कर लईए, ते नहीं तां अगले शनिचरवार असी रात 8 बजे फिर एक नवे विषय नाल आप जी नाल फिर रूबरू होवांगे। तद तक के लिए वाहिगुरू जी का खालसा, वाहिगुरू जी की फतेह।